स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। सो रेडियो पंजाब टुडे दे प्रोग्राम समाधान दे विच तुहाडा मुड़ तो स्वागत है जी। गल करते हैं गुजरात दी ढिल्लों साहब पिकलिस बानो। मेरे ख्याल उन्हें किहड़ी अदालत की पौड़ी नहीं चढ़ी होनी इंसाफ दे लई। जदों इंसाफ मिलिया तो कहंदे हुंदे ना भी सुनामी वांगू रुड़ गया इंसाफ। तो दूजे पासे साडे प्रधानमंत्री जी कहंदे ने औरतां नूं सत्कार देना चाहिए। देखो प्रधानमंत्री साहब 15 अगस्त ਨੂੰ ਲਾਲ ਕਿਲੇ ਤੋਂ ਕੌਮ ਨੂੰ ਐਡਰੈਸ ਕਰ ਰਹੇ ਸੀ जी। ਲੰਬਾ ਭਾਸ਼ਣ ਸੀ, ਲਗਭਗ ਮੇਰੇ ਖਿਆਲ 83 ਕੁ ਮਿੰਟਾਂ ਦਾ ਭਾਸ਼ਣ ਸੀ। ਭਾਸ਼ਣ ਨੂੰ ਦੇਖਣ ਨੂੰ ਇਉਂ ਲੱਗਦਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਬੜਾ ਨਿੱਠ ਕੇ ਗੱਲ ਕਰ ਰਹੇ ਆ, ਲੇਕਿਨ ਐਤਕੀ ਉਸ ਭਾਸ਼ਣ ਦੇ ਵਿੱਚ ਪਹਿਲਾਂ ਵਾਲਾ ਰੰਗ ਹੈ ਨਹੀਂ ਸੀ जी। ਤੇ ਨਾ ਹੀ ਪਹਿਲਾਂ ਵਾਲਾ ਜੋਸ਼ ਸੀ। ਕੋਸ਼ਿਸ਼ ਕੀਤੀ ਜਾ ਰਹੀ ਸੀ ਜੋਸ਼ ਦਿਖਾਉਣ ਦੀ, पर बन नहीं ਤੇ ਗੱਲ ਬਣ ਨਹੀਂ ਸੀ ਰਹੀ। ਕਿਉਂਕਿ ਜਦੋਂ ਤੁਹਾਡੇ ਕੋਲੇ ਤੁਹਾਡੀ ਜਿਹੜੇ ਲੋਕਾਂ ਦੇ ਨਾਲ ਕੀਤੇ ਹੋਏ ਪ੍ਰੋਮਿਸਸ ਹੁੰਦੇ ਆ, ਲੋਕਾਂ ਨੂੰ ਜਿਹੜਾ ਤੁਸੀਂ ਵਾਅਦੇ ਕੀਤੇ ਹੁੰਦੇ ਆ ਤੇ ਉਹਨਾਂ ਵਾਅਦਿਆਂ ਦੀ ਪੂਰਤੀ ਦੇ ਇਵਜ ਵਿੱਚ ਤੁਹਾਡੇ ਪੱਲੇ ਨਾ ਹੋਵੇ ਧੇਲਾ, जी। ਤਾਂ ਫਿਰ ਤੁਸੀਂ ਲੋਕਾਂ ਨੂੰ ਕਿੰਨਾ ਕੁ ਆਪਣੇ ਨਾਲ ਜੋੜ ਲਓਗੇ ਭਾਸ਼ਣਾਂ ਦੇ ਰਾਹੀਂ। ਇਹ ਠੀਕ ਆ ਕਿਸੇ ਹੱਦ ਤੱਕ ਕਿ ਜੇ ਬੰਦਾ ਨੂੰ ਭਾਸ਼ਣ ਦੀ ਕਲਾ ਆਉਂਦੀ ਹੋਵੇ जी। ਉਹ ਲੋਕਾਂ ਨੂੰ ਕੁਝ ਸਮੇਂ ਲਈ ਬੰਨ੍ਹ ਕੇ ਰੱਖ ਸਕਦਾ। ਲੇਕਿਨ ਪ੍ਰਧਾਨ ਮੰਤਰੀ ਸਾਹਿਬ ਦਾ ਇਹ 9ਵਾਂ ਸੰਬੋਧਨ ਸੀ ਲਾਲ ਕਿਲੇ ਤੋਂ। अच्छा 15 ਅਗਸਤ ਨੂੰ 9ਵਾਂ ਸੀ ਤੇ 9 ਵਰ੍ਹਿਆਂ ਦੇ ਵਿੱਚ ਤਾਂ ਬਹੁਤ ਕੁਛ बहुत कुछ हो जाता। ਪਤਾ ਲੱਗ ਜਾਂਦਾ ਵੀ ਕੀ ਕੁਛ ਹੈ। 9 ਵਰ੍ਹਿਆਂ ਤੋਂ ਥੋੜ੍ਹਾ ਬਹੁਤਾ ਸਮਾਂ ਘੱਟ ਹੋਇਆ। ਹੁਣ ਆਪਾਂ ਇਹ ਦੇਖੀਏ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਬੋਲਦੇ ਸੀ ਤੇ ਉਦੋਂ ਉਹਨਾਂ ਨੇ ਬੜਾ ਜ਼ੋਰ ਦੇ ਕੇ ਗੱਲ ਕਹੀ ਸੀ ਕਿ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ, ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਵਗੈਰਾ ਵਗੈਰਾ। ਜਿਸ ਵੇਲੇ ਉਹ ਬੋਲ ਰਹੇ ਸੀ ਉਸ ਵੇਲੇ ਇੱਕ ਅਮਲ ਸ਼ੁਰੂ ਹੋ ਚੁੱਕਿਆ ਸੀ ਗੁਜਰਾਤ ਦੇ ਵਿੱਚ जी। ਕਿ ਜੀ ਬਿਲਕਿਸ ਬਾਨੋ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ। ਅਸਲ ਦੇ ਵਿੱਚ ਬਿਲਕਿਸ ਬਾਨੋ ਦੇ ਦੋਸ਼ੀ ਹੈ ਕਿਵੇਂ? जी। ਜਿਸ ਵੇਲੇ ਗੋਧਰਾ ਦਾ ਘਟਨਾਕ੍ਰਮ ਹੋਇਆ ਹੈ, ਕਿਉਂਕਿ ਕਾਰ ਸੇਵਕ ਜਿਹੜੇ ਅਯੁੱਧਿਆ ਤੋਂ ਵਾਪਸ ਆ ਰਹੇ ਸੀ, ਸਾਰੇ ਸੀਗੇ ਉਦੋਂ ਜੋ ਗੋਧਰਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਉਹਨਾਂ ਦੀ ਟ੍ਰੇਨ ਰੁਕੀ ਤੇ ਉਸ ਟ੍ਰੇਨ ਦੀ ਇੱਕ ਬੋਗੀ ਨੂੰ ਅੱਗ ਲੱਗ ਗਈ ਸੀ। ਕਈ ਸਾਰੇ ਕਾਰ ਸੇਵਕ ਜਿਹੜੇ ਉਹਦੇ 'ਚ ਮਾਰੇ ਗਏ ਸੀ। ਇਸ ਗੱਲ ਨੂੰ ਲੈ ਕੇ ਵੀ ਮਤਭੇਦ ਹੈ ਕਿ ਉਹ ਬਾਹਰੋਂ ਕਿਸੇ ਨੇ ਅੱਗ ਲਾਈ ਸੀ ਜਾਂ ਅੱਗ ਅੰਦਰੋਂ ਗੈਸ ਸਿਲੰਡਰ ਵੀ ਸੀਗੇ ਨਾ ਵਿੱਚ, ਗੈਸ ਸਿਲੰਡਰ ਵਗੈਰਾ ਵੀ ਸੀ। ਇੱਕ ਰੇਲਵੇ ਵਿਭਾਗ ਨੇ ਇਨਕੁਆਇਰੀ ਵੀ ਕਰਵਾਈ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸੇ ਦਾ ਕੋਈ ਦੋਸ਼ ਨਹੀਂ, ਇਹ ਗੱਲ ਅੰਦਰੋਂ ਕਿਉਂਕਿ ਪੇਂਟ ਵੀ ਉਦੋਂ ਇਹੋ ਜਿਹੇ ਸੀਗੇ ਸਿੰਪਲ ਡੱਬੇ ਇਸ ਕਿਸਮ ਦੇ ਸੀ। ਲੇਕਿਨ ਬਾਹਰੋਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਕਿ ਜੀ ਇਹ ਕਾਰਵਾਈ ਜਾਣ ਬੁੱਝ ਕੇ ਹਿੰਦੂ ਜਿਹੜੇ ਕਾਰ ਸੇਵਕ ਸੀ ਉਹਨਾਂ ਨੂੰ ਕਤਲ ਕਰਨ ਵਾਸਤੇ ਮੁਸਲਮਾਨਾਂ ਨੇ ਕੀਤੀ ਸੀ। ਜੀ। ਤੇ ਫਿਰ ਇੱਕਦਮ ਉੱਥੇ ਹਿੰਸਾ ਭੜਕੀ ਸੀ ਤੇ ਉਸ ਹਿੰਸਾ ਦਾ ਸ਼ਿਕਾਰ ਬੜੀ ਵੱਡੀ ਪੱਧਰ ਦੇ ਉੱਤੇ ਕੌਣ ਹੋਏ ਸੀ? ਮੁਸਲਮਾਨ। ਜੀ। ਉਦੋਂ ਇੱਕ ਉਹ ਮਾਇਆ ਕੋਡਨਾਨੀ ਨਾਂ ਦੀ ਇੱਕ ਬੀਬੀ ਸੀ, ਡਾਕਟਰ। ਜੀ। ਉਹਦੇ ਤੇ ਵੀ ਇਲਜ਼ਾਮ ਲੱਗਿਆ ਸੀ ਕਿ ਉਹਨੇ ਕੋਲੇ ਖੜ ਖੜ ਕੇ ਜਿਹੜੀਆਂ ਪ੍ਰੈਗਨੈਂਟ ਔਰਤਾਂ ਸੀ ਉਹਨਾਂ ਨੂੰ ਕਤਲ ਕਰਵਾਇਆ ਸੀ। ਪੇਟ ਚੀਰੇ ਗਏ ਸੀ, ਪੇਟਾਂ ਦੇ ਵਿੱਚੋਂ ਬੱਚੇ ਕੱਢ ਮਾਰੇ। ਮਰੀ ਜਾਣਾ ਹੁੰਦਾ ਬੱਚੇ ਨੇ ਤਾਂ ਪੇਟ ਚੀਰਿਆ ਜਾਵੇ, ਇਹ ਜਿਹਾ ਕੁਛ ਹੋਇਆ ਸੀ। ਉਹਨੂੰ ਵੀ ਸਜ਼ਾ ਹੋ ਗਈ ਸੀ ਸ਼ਾਇਦ। ਫਿਰ ਬਾਅਦ ਦੇ ਵਿੱਚ ਮੇਰਾ ਖਿਆਲ ਵੀ ਉਹਦੀ ਸਜ਼ਾ ਪੂਰੀ ਹੋ ਗਈ ਜਾਂ ਉੱਪਰਲੀ ਅਦਾਲਤ 'ਚ ਉਹ ਬਰੀ ਹੋ ਗਈ ਸੀ। ਜ਼ਕੀਆ ਜਾਫਰੀ ਅਹਿਸਾਨ ਜਾਫਰੀ ਦੀ ਘਰ ਵਾਲੀ ਹੈ ਜੀ। ਔਰ ਅਹਿਸਾਨ ਜਾਫਰੀ ਕਾਂਗਰਸ ਪਾਰਟੀ ਦਾ ਸਾਬਕਾ ਮੈਂਬਰ ਪਾਰਲੀਮੈਂਟ ਸੀ। ਗੁਲਬਰਗ ਸੁਸਾਇਟੀ ਦੇ ਵਿੱਚ ਉਹ ਬੰਦਾ ਰਹਿੰਦਾ ਹੁੰਦਾ ਸੀ। ਉੱਥੇ ਹਮਲਾ ਕੀਤਾ ਗਿਆ ਜਦੋਂ ਬਲਵਾਕਾਰੀਆਂ ਨੇ ਉਹਨੂੰ ਘੇਰ ਲਿਆ। ਸਾਬਕਾ ਮੈਂਬਰ ਪਾਰਲੀਮੈਂਟ ਨੂੰ ਇੰਨੀ ਕੁ ਤਾਂ ਫੈਸਿਲਿਟੀ ਹੁੰਦੀ ਹੈ ਕਿ ਉਹ ਟੈਲੀਫੋਨ ਤੇ ਕਿਸੇ ਨਾਲ ਵੀ ਕੰਟੈਕਟ ਕਰ ਲਵੇ। ਉਹਨੇ ਥੱਲੇ ਮੁਨਸ਼ੀ ਤੋਂ ਲੈ ਕੇ DGP ਤੱਕ ਨਾਲ ਕੰਟੈਕਟ ਕੀਤਾ, ਮੁੱਖ ਮੰਤਰੀ ਤੱਕ ਦਫ਼ਤਰ ਤੱਕ ਵੀ ਉਹਨੇ ਪਹੁੰਚ ਕੀਤੀ, ਲੇਕਿਨ ਕਿਸੇ ਨੇ ਕੋਈ ਪ੍ਰਬੰਧ ਨਹੀਂ ਕੀਤਾ ਤੇ ਉਹਦੇ ਸਮੇਤ ਬਹੁਤ ਸਾਰੇ ਲੋਕ ਜਿਹੜੇ ਜਿੰਦਾ ਜਲਾ ਦਿੱਤੇ ਸੀ। ਜੀ। ਜ਼ਕੀਆ ਜਾਫਰੀ ਉਦੋਂ ਤੋਂ ਲੈ ਕੇ ਕਿਹੜੀ ਪੌੜੀ ਹੈ ਇਨਸਾਫ ਦੀ ਜਿਹੜੀ ਉਹਨੇ ਨਹੀਂ ਉਹਦੇ ਤੇ ਪੈਰ ਧਰਿਆ, ਉਹ ਵਿਚਾਰੀ
ਦਰ ਦੀਆਂ ਠੋਕਰਾਂ ਖਾਂਦੀ ਫਿਰਦੀ ਹੈ, 90 ਸਾਲ ਤੋਂ ਉੱਪਰ ਉਹਦੀ ਉਮਰ ਹੈ। ਇਸ ਉਮਰ ਦੇ ਵਿੱਚ ਬੰਦੇ ਨੂੰ ਜਦੋਂ ਆਪਣੀ ਕਾਇਆ ਸੰਭਾਲਣੀ ਮੁਸ਼ਕਲ ਹੋ ਜੇ, ਉਦੋਂ ਅਦਾਲਤਾਂ ਦੇ ਚੱਕਰਾਂ 'ਚ ਇਨਸਾਫ ਲੈਣ ਵਾਸਤੇ ਤੁਰੀ ਫਿਰਦੀ ਹੋਵੇ, ਇਹਨੂੰ ਫਿਰ ਆਪਾਂ ਕਵਾਂਗੇ। ਹੁਣ ਵੇਖਣ ਵਾਲੀ ਗੱਲ ਹੈ ਕਿ ਉਹਦੀ ਜਿਹੜੀ ਪੈਰਵੀ ਕਰਨ ਵਾਲੀ ਬੀਬੀ ਸੀ, ਉਹਦਾ ਨਾਂ ਤੀਸਤਾ ਸੀਤਲਵਾਦ ਜੀ। ਤੀਸਤਾ ਸੀਤਲਵਾਦ ਮੂਲ ਰੂਪ ਦੇ ਵਿੱਚ ਉਹ ਪੰਜਾਬੀ ਹੈ, ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਉਹਦੇ ਜਿਹੜੇ ਹੈਗੇ ਪੁਰਾਣੇ ਜਿਹੜੇ ਆ ਵੱਡੇ ਵਡੇਰੇ ਉਹ ਪੰਜਾਬ ਦੇ ਵਿੱਚੋਂ ਹੈ, ਤੇ ਫਿਰ ਉਹ ਬਾਅਦ ਚਲੇ ਗਏ ਸੀ। ਉਹ ਸਮਾਜ ਸੇਵਕਾ ਵੀ ਹੈ ਜੀ, ਉਹ ਵਕੀਲ ਵੀ ਹੈ, ਉਹ ਇੱਕ ਕਾਰਕੁਨ ਵੀ ਹੈ, ਐਕਟਿਵਿਸਟ ਵੀ ਹੈਗੀ ਹੈ। ਉਹ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੈ। ਉਹਨੇ ਪਾਨਾ ਦਾ ਬੀੜਾ ਚੱਕਿਆ, ਜ਼ਕੀਆ ਜਾਫਰੀ ਦੀ ਮਦਦ ਕੀਤੀ। ਜ਼ਕੀਆ ਜਾਫਰੀ ਦੀ ਪਟੀਸ਼ਨ ਉਹਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਉਹ ਲੈ ਕੇ ਗਈ, ਤੇ ਬਾਅਦ ਵਿੱਚ ਹੋਇਆ ਕਿ ਇੱਕ ਜੱਜ ਸਾਹਿਬ ਨੇ ਕਹਿ ਦਿੱਤਾ ਕਿ ਇਹ ਲੋਕ ਤਾਂ ਜਿਹੜੇ ਹੈਗੇ ਸਰਕਾਰਾਂ ਨੂੰ ਬਲੈਕਮੇਲ ਕਰਨ ਵਾਲੇ ਹੈ, ਇਹ ਤਾਂ ਸਰਕਾਰਾਂ ਦਾ ਕੰਮ ਖਰਾਬ ਕਰਦੇ ਆ, ਤੇ ਇਹ ਲੋਕ ਸਰਕਾਰਾਂ ਨੂੰ ਜਾਂ ਜਿਹੜੀਆਂ ਸਰਕਾਰੀ ਏਜੰਸੀਆਂ ਉਹਨਾਂ ਨੂੰ ਬਦਨਾਮ ਕਰਦੇ, ਇਹਨਾਂ ਦੇ ਖਿਲਾਫ ਕਾਰਵਾਈ ਕਰਦੇ। ਇਸ ਵੇਲੇ ਤੀਸਤਾ ਸੀਤਲਵਾਦ ਜੇਲ੍ਹ 'ਚ ਬੰਦ ਹੈ ਜੀ। ਇਨਸਾਫ ਦਿਵਾਉਣ ਵਾਲੀ, ਹਾਸਲ ਕਰਨ ਲਈ ਮਦਦ ਕਰਨ ਵਾਲੀ ਔਰਤ ਹੈ ਜਿਹੜੀ, ਉਹ ਜੇਲ੍ਹ ਦੇ ਵਿੱਚ ਹੈ। ਜਦੋਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀਗੇ ਜੀ ਇਹਨਾਂ ਨੂੰ ਦਿਓ, ਬਹਾਨਾ ਹੋ ਸਕਦਾ ਜੀ, ਕਹਿੰਦੇ ਜੱਜ ਸਾਹਿਬ ਨੇ ਫੈਸਲਾ ਕਰਤਾ, ਲੇਕਿਨ ਜੱਜ ਸਹਿਬਾਨ ਫੈਸਲਾ ਕਰਦੇ ਕਿਵੇਂ ਹੈ? ਇਹ ਰੰਜਨ ਗਗੋਈ ਦੀ ਮਿਸਾਲ ਆਪਣੇ ਸਾਹਮਣੇ ਕਿ ਕਿਵੇਂ ਰੰਜਨ ਗਗੋਈ ਨੇ ਫੈਸਲੇ ਕੀਤੇ ਸੀ, ਤੇ 4 ਮਹੀਨਿਆਂ ਦੇ ਵਿੱਚ ਹੀ ਰਾਜ ਸਭਾ ਦਾ ਮੈਂਬਰ ਵੀ ਬਣਾਤਾ ਸੀ ਵਗੈਰਾ ਵਗੈਰਾ। ਅਸੀਂ ਅਦਾਲਤਾਂ ਦਾ ਸਤਿਕਾਰ ਕਰਦੇ ਹਾਂ, ਲੇਕਿਨ ਇੰਨਾ ਕੁ ਰਾਈਟ ਤਾਂ ਰੱਖਦੇ ਹਾਂ ਨਾ ਕਿ ਅਸੀਂ ਉਸਾਰੂ ਕ੍ਰਿਟਿਸਿਜ਼ਮ ਹੈ ਜਿਹੜਾ ਫੈਸਲਿਆਂ ਦਾ ਕਰੀਏ। ਅਸੀਂ ਫੈਸਲਿਆਂ ਦਾ ਕਰੀਏ, ਜੱਜਾਂ ਦਾ ਨਹੀਂ ਕਰਦੇ, ਅਦਾਲਤਾਂ ਦਾ ਨਹੀਂ ਕਰਦੇ, ਫੈਸਲਿਆਂ ਦਾ ਕਰਦੇ ਹਾਂ, ਅਸੀਂ ਉਹ ਕਰ ਸਕਦੇ ਹਾਂ। ਕੀਤਾ ਖੈਰ ਉਹ ਹੋਇਆ ਬਿਟ। ਉਹਦੇ ਵੇਲੇ ਹੀ ਜਿਹੜੀ ਬਿਲਕੀਸ ਬਾਨੋ ਸੀ, ਬਿਲਕੀਸ ਬਾਨੋ ਨੂੰ ਰੇਪ ਕੀਤਾ। ਅੱਛਾ ਜੀ। ਕੁਛ ਲੋਕ ਮਾਰੇ ਵੀ ਗਏ ਨਾਲ ਉੱਥੇ। ਉਹਨੂੰ ਰੇਪ ਕੀਤਾ, ਸਮੂਹਿਕ ਰੇਪ ਕੀਤਾ ਜੀ। ਚਲੋ ਲੜਾਈ ਝਗੜਾ ਕਰਕੇ ਕੁਝ ਸਮਾਜ ਸੇਵੀਆਂ ਦੀ ਮਦਦ ਨਾਲ ਕੇਸ ਦਰਜ ਹੋ ਗਿਆ। 11 ਬੰਦਿਆਂ ਨੂੰ ਹੋ ਗਈ ਕੈਦ। ਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਔਰਤਾਂ ਦੇ ਮਾਨ ਸਨਮਾਨ ਦੀ ਗੱਲ ਕਰ ਰਹੇ ਸੀ, ਉਸੇ ਵੇਲੇ ਉਹਨਾਂ ਦੀ ਰਿਹਾਈ ਹੋ ਰਹੀ ਸੀ। ਇਹਦੇ ਜਾਣੇ ਵਾਲੀ ਹੈ ਜੀ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਜੇ ਅਸੀਂ ਕਹਿੰਦੇ ਹਾਂ ਜੀ ਆ ਸਾਡੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਕਰੋ, ਤਾਂ ਉੱਥੇ ਆ ਜਾਂਦਾ ਜੀ ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਦੀ ਨਹੀਂ ਹੋ ਸਕਦੀ ਜਿਨ੍ਹਾਂ ਦੇ ਮਾਮਲੇ CBI ਦੇ ਕੋਲੇ ਜੀ, ਕਿਉਂਕਿ CBI ਜਿਹੜੀ ਹੈਗੀ ਹੈ ਸੈਂਟਰ ਦੇ ਮਤਹਿਤ ਹੈ, ਉਹ ਪੰਜਾਬ ਦੇ ਮਤਹਿਤ ਨਹੀਂ, ਉਹ ਹਰਿਆਣੇ ਦੇ ਰਾਜਸਥਾਨ ਦੇ ਮਤਹਿਤ ਨਹੀਂ। ਕਹਿੰਦੇ ਜਿਹੜੇ ਉਹਨਾਂ ਜੇਲ੍ਹਾਂ ਦੇ ਵਿੱਚ ਬੰਦ ਬੰਦੇ ਉਹਨਾਂ ਨੂੰ ਤਾਂ ਸੈਂਟਰ ਨੇ ਛੱਡਣੇ। ਬਿਲਕੁਲ ਸਾਡੇ ਕੋਲੇ ਤਾਂ ਜੀ ਕਹਿੰਦੇ ਪਾਵਰਾਂ ਹੀ ਨਹੀਂ। ਹੁਣ ਇਹ ਜਿਹੜਾ ਸੀ ਤੁਹਾਡਾ ਬਿਲਕੀਸ ਬਾਨੋ ਵਾਲਾ ਕੇਸ, ਇਹਦੀ ਇਨਵੈਸਟੀਗੇਸ਼ਨ ਵੀ CBI ਨੇ ਕੀਤੀ ਸੀ। ਤੇ ਜੇ CBI ਨੇ ਕੀਤੀ ਹੈ ਤਾਂ ਅੰਦਾਜ਼ਾ ਲਾਉਣਾ ਕੋਈ ਬਹੁਤਾ ਔਖਾ ਨਹੀਂ ਕਿ ਉਸ ਰਿਹਾਈ ਦੇ ਵਿੱਚ ਕੇਂਦਰ ਸਰਕਾਰ ਦਾ ਵੀ ਯੋਗਦਾਨ ਹੈਗਾ, ਉਹਦੀ ਪ੍ਰਵਾਨਗੀ ਵੀ ਹੁੰਦੀ ਹੈ। ਹੁਣ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਆ ਜੀ ਔਰਤਾਂ ਦੀ ਇੱਜ਼ਤ ਕਰੋ, ਦੂਜੇ ਪਾਸੇ ਇੱਕ ਜਿਹੜੀ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਬੀਬੀ ਹੈ ਤੇ ਉਹਦੇ ਜਿਹੜੇ ਹੈਗੇ 11 ਦੋਸ਼ੀ ਉਹਨਾਂ ਨੂੰ ਛੱਡ ਦਿਓ ਤੇ ਲੱਡੂ 15 ਅਗਸਤ ਦੇ ਦਿਨ ਉਹਨਾਂ ਦਾ ਫਿਰ ਸਨਮਾਨ ਵੀ ਹੁੰਦਾ ਹੈ, ਲੱਡੂ ਵੰਡੇ ਸਨਮਾਨ ਵੀ ਹੁੰਦਾ, ਲੱਡੂ ਵੀ ਵੰਡੇ ਜਾਂਦੇ ਆ। ਇਹ ਗੱਲ ਕੋਈ ਛੋਟੀ ਨਹੀਂ, ਬਹੁਤ ਵੱਡੀ ਗੱਲ ਹੈ। ਤੇ ਇੱਥੇ ਦਾ ਨੇੜੇ ਸਾਹਿਬ ਜੋ ਤੁਸੀਂ ਕਹਿੰਦੇ ਹੋ ਕਿ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਜੀ ਆਪਾਂ ਔਰਤਾਂ ਦਾ ਸਨਮਾਨ ਕਰਨਾ ਹੈ। ਜਦੋਂ ਲਾਲ ਕ੍ਰਿਸ਼ਨ ਅਡਵਾਨੀ ਪੂਰੀ ਚੜ੍ਹਾਈ ਦੇ ਵਿੱਚ ਹੁੰਦੇ ਸੀ ਜੀ, ਉਦੋਂ 2004 ਦੇ ਵਿੱਚ ਉਹਨਾਂ ਨੇ ਇੱਕ ਯਾਤਰਾ ਕੱਢੀ ਸੀ, ਜਿਸ ਯਾਤਰਾ ਦਾ ਨਾਮ ਸੀ ਉਦੇ ਯਾਤਰਾ। ਅੱਛਾ ਜੀ। ਇਹ ਉਦੇ ਯਾਤਰਾ ਜਦੋਂ ਕੱਢੀ ਸੀ ਤੇ ਉਹਦੇ ਦੌਰਾਨ ਇੱਕ ਥਾਂ ਦੇ ਉੱਤੇ ਭਾਸ਼ਣ ਕਰ ਰਹੇ ਸੀ, ਤੇ ਉਸ ਭਾਸ਼ਣ ਦੇ ਵੇਲੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਸੀ ਨਾਲ ਜੀ। ਤੇ ਵਿਰੋਧੀ ਧਿਰ ਦੀ ਆਗੂ ਬਾਰੇ ਸੋਨੀਆ ਗਾਂਧੀ ਬਾਰੇ ਜੀ ਉਸ ਵੇਲੇ ਕਿਹਾ ਕੀ ਸੀ? ਉਸ ਵੇਲੇ ਕਿਹਾ ਸੀ ਇਟਲੀ ਕੀ ਗੁੜੀਆ। ਗੱਲ ਇੱਥੇ ਨਹੀਂ ਮੁੱਕੀ। ਇੱਕ ਔਰਤ ਨੂੰ ਕਿਹਾ ਸੀ ਜਰਸੀ ਗਾਂ, ਤੇ ਉਹਦੇ ਪੁੱਤ ਨੂੰ ਕਿਹਾ ਸੀ ਹਾਈਬ੍ਰਿਡ ਬਛੜਾ। ਦੱਸੋ ਇਹ ਜਿਹੜੇ ਬਹੁਤ ਸੰਬਿਤ ਭਾਸ਼ਾ ਵਰਤੀ, ਜਿਸ ਮੁਖਾਰਬਿੰਦ ਦੇ ਵਿੱਚੋਂ ਇਹ ਸ਼ਬਦ ਨਿਕਲ ਰਹੇ ਹੈ, ਉਹ ਸ਼ਖਸੀਅਤ ਅੱਜ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਹੈ। ਔਰ ਉਸ ਤੋਂ ਬਾਅਦ ਸੀਨੀਅਰ ਲੀਡਰਾਂ ਨੇ ਜਦੋਂ ਥੋੜਾ ਬਹੁਤਾ ਦਖਲ ਦਿੱਤਾ ਕਿ ਇਹ ਗੱਲ ਮਾੜੀ ਹੈ, ਤੇ ਫਿਰ ਮਾਫੀ ਵੀ ਮੰਗ ਲਈ ਸੀ ਜੀ ਜੀ। ਇੱਦਾਂ ਹੀ ਇੱਕ ਕਾਂਗਰਸ ਦਾ ਪਾਰਲੀਮੈਂਟ ਦਾ ਮੈਂਬਰ ਹੈ ਸ਼ਸ਼ੀ ਥਰੂਰ। ਅੱਛਾ ਜੀ। ਸ਼ਸ਼ੀ ਥਰੂਰ ਦੇ ਘਰ ਵਾਲੀ ਦੀ ਸ਼ਾਇਦ ਮੌਤ ਹੋ ਗਈ ਸੀ। ਉਹ IFS ਆਫੀਸਰ ਸੀ ਜੀ। ਉਹਦੇ ਸੰਪਰਕ ਦੇ ਵਿੱਚ ਇੱਕ ਹੋਰ ਬੀਬੀ ਆ ਗਈ ਜਿਹਦਾ ਨਾਮ ਸੀ ਸੁਨੰਦਾ ਪੁਸ਼ਕਰ ਜੀ। ਉਹ ਪਹਿਲਾਂ ਮੈਰਿਡ ਸੀ, ਉਹਦਾ ਸ਼ਾਇਦ ਕੋਈ ਡਿਸਪਿਊਟ ਹੋ ਗਿਆ ਜਾਂ ਘਰ ਵਾਲੇ ਦੀ ਮੌਤ ਹੋ ਗਈ, ਉਹਨਾਂ ਦਾ ਇੱਕ ਬੱਚਾ ਵੀ ਸੀ। ਉਹਨੇ ਉਹਦੇ ਨਾਲ ਸੈਕੰਡ ਮੈਰਿਜ ਕਰ ਲਈ ਜੀ। ਔਰ ਜਦੋਂ ਸੈਕੰਡ ਮੈਰਿਜ ਕਰ ਲਈ ਤੇ ਫਿਰ ਉਹਦੇ ਬਾਰੇ ਸ਼ਬਦ ਕੀ ਕਹੇ ਗਏ ਸੀ ਕਿ 50 ਕਰੋੜੀ ਗਰਲਫ੍ਰੈਂਡ। ਦੱਸੋ ਇਹ 50 ਕਰੋੜੀ ਗਰਲਫ੍ਰੈਂਡ ਪ੍ਰਧਾਨ ਮੰਤਰੀ ਦੇ ਮੂੰਹ ਦੇ ਵਿੱਚੋਂ ਨਿਕਲ ਰਹੇ ਸ਼ਬਦ ਹੈ।
ਸੋ ਜਦੋਂ ਅਸੀਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰਦੇ ਹਾਂ ਜੀ, ਉਹਨਾਂ ਨੂੰ ਤਾਂ ਮੇਰਾ ਖਿਆਲ ਆ ਵੀ ਸਭ ਕੁਝ ਹੀ ਮਾਫ ਆ, ਜੋ ਮਰਜ਼ੀ ਹੈ ਕਹਿਣ, ਕਿਹਨੇ ਇਹਦੇ ਤੇ ਪੁੱਛਣਾ ਹੈ। ਪਰ ਜੋ ਕੁਝ ਬਿਲਕੀਸ ਬਾਨੋ ਨਾਲ ਹੋਇਆ ਇਹ ਬਹੁਤ ਮਾੜਾ ਹੋਇਆ ਸੀ। ਔਰ ਉਹ ਤੋਂ ਬਾਅਦ ਮੇਰਾ ਖਿਆਲ ਆ ਵੀ ਇੱਕ ਤਾਂ ਬਲਾਤਕਾਰ ਉਹਦੇ ਨਾਲ ਉਦੋਂ ਹੋ ਗਿਆ ਸੀ ਜਦੋਂ 2002 ਵਾਲੇ ਹਿੰਸਾ ਹੋਈ ਹੈ, ਤੇ ਹੁਣ ਉਹਨੂੰ ਕਵਾਂਗੇ ਕਿ ਬਲਾਤਕਾਰ ਤੋਂ ਵੀ ਭੈੜਾ ਉਹਦੇ ਨਾਲ ਇੱਕ ਹੋਰ ਅਪਰਾਧ ਹੋਇਆ। ਉਸ ਵੇਲੇ ਜਦੋਂ 15 ਅਗਸਤ ਨੂੰ ਲੋਕ ਜਸ਼ਨ ਮਨਾ ਰਹੇ ਸੀ ਔਰ ਉਹਦੇ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਰਿਹਾ ਕੀਤਾ ਜਾ ਰਿਹਾ ਸੀ, ਫਿਰ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਸੀ, ਜਦੋਂ ਉਹਨਾਂ ਨੂੰ ਲੱਡੂ ਖਵਾਏ ਜਾ ਰਹੇ ਸੀ। ਕਿਆ ਯੋਧੇ ਪੈਦਾ ਕੀਤੇ। ਇਹ ਕਾਰਗਿਲ ਦੀ ਜੰਗ ਜਿੱਤ ਕੇ ਆਏ ਸੀ, ਜਿਹੜੇ ਜੇਲ੍ਹ ਦੇ ਵਿੱਚੋਂ ਆਏ ਸੀ, ਇੱਕ ਅਬਲਾ ਨੂੰ ਸ਼ਿਕਾਰ ਬਣਾਉਣ ਵਾਲੇ। ਜੀ ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇੱਥੇ ਹਰ ਤਰ੍ਹਾਂ ਦੇ ਟਰੱਕ ਐਂਡ ਟ੍ਰੇਲਰ ਦੇ ਨਾਲ ਰੀਫਰ ਵੀ ਰਿਪੇਅਰ ਕੀਤੇ ਜਾਂਦੇ ਨੇ। ਤੁਸੀਂ ਟਾਇਰ ਬੈਲੈਂਸਿੰਗ ਕਰਾ ਸਕਦੇ ਹੋ, 3 ਐਕਸਲ ਟਰੱਕ ਅਲਾਈਨਮੈਂਟ, DOT ਸੇਫਟੀ, ਡੈਫ ਕਲੀਨਿੰਗ ਤੋਂ ਇਲਾਵਾ ਤਮਾਮ ਕੰਮ ਕੀਤੇ ਜਾਂਦੇ ਨੇ। ਇੰਜਨ ਰੀਬਿਲਟ, ਡਿਫਰੈਂਸ਼ੀਅਲ ਕਲਚ ਦਾ ਕੰਮ ਵੀ ਕੀਤਾ ਜਾਂਦਾ ਹੈ। ਲੋਕੇਸ਼ਨ ਹੈ ਜੀ 10224 ਰੈਜ਼ੀਡੈਂਸੀ ਰੋਡ ਮਨਾਸਸ, ਹਾਈਵੇ 66 ਐਗਜ਼ਿਟ 43 ਦੇ ਬਿਲਕੁਲ ਨਾਲ ਹੈ ਜੀ। 8043728800 ਤੇ ਤੁਸੀਂ ਕਾਲ ਕਰ ਸਕਦੇ ਹੋ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, 1315 ਵੈਸਟਰਨ ਹੰਨਾ ਐਵਨਿਊ, ਇੰਡੀਅਨੈਪੋਲਿਸ। ਇਹਨਾਂ ਦਾ ਇੱਕੋ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਇੱਥੋਂ ਤੁਸੀਂ ਟਰੱਕ ਐਂਡ ਟ੍ਰੇਲਰ ਦੇ ਤਮਾਮ ਕੰਮ, ਯੂਜ਼ ਤੇ ਬ੍ਰਾਂਡ ਨਿਊ ਟਾਇਰ ਲੈਣ ਦੇ ਲਈ DOT ਸੇਫਟੀ, ਇਹ ਟੋ ਟਰੱਕ ਵੀ ਤੁਹਾਨੂੰ ਅਰੇਂਜ ਕਰਕੇ ਦਿੰਦੇ ਨੇ। ਪਰਮਜੀਤ ਜੱਸੀ ਨੂੰ ਕਾਲ ਕਰੋ 3179797205 ਜਾਂ 6612045818 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਹੁਣ ਢਿੱਲੋਂ ਸਾਹਿਬ ਆਪਾਂ ਚਰਚਾ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਪਿਓ ਦੇ ਬਿਆਨ ਦੀ। ਤਰਥੱਲੀ ਮਿਟਾ ਕੇ ਰੱਖ ਦਿੱਤੀ ਹੈ ਜੀ ਪੰਜਾਬ ਐਂਟਰਟੇਨਮੈਂਟ ਇੰਡਸਟਰੀ 'ਚ। ਬਿਲਕੁਲ ਸਿੱਧੂ ਮੂਸੇਵਾਲੇ ਨੂੰ ਸਾਥੋਂ ਵਿਛੜਿਆ ਜੀ ਕਈ ਮਹੀਨੇ ਹੋ ਗਏ। ਲਗਭਗ ਕੇਸ ਉਹਦਾ ਟਰੇਸ ਹੋ ਗਿਆ ਹੈ, ਜੋ ਪੁਲਿਸ ਨੇ ਦਾਅਵਾ ਕੀਤਾ ਹੈ। ਜ਼ਿਆਦਾਤਰ ਜਿਹੜੇ ਹੈਗੇ ਆ ਉਹਦੇ ਦੋਸ਼ੀ ਫੜੇ ਜਾ ਚੁੱਕੇ ਹੈ। 2 ਮੁਕਾਬਲੇ 'ਚ ਮਾਰੇ ਜਾ ਚੁੱਕੇ ਹੈ। 1-2 ਕੋਈ ਰਹਿੰਦੇ ਹੈ, ਉਹਨਾਂ ਨੂੰ ਕਹਿੰਦੇ ਜੀ ਫੜਨ ਦੇ ਯਤਨ ਜਾਰੀ ਹੈ ਜੀ। ਲੇਕਿਨ ਜਿਸ ਬੰਦੇ ਨੂੰ ਮੇਨ ਕਨਸਪੀਰੇਟਰ ਸਮਝਿਆ ਜਾਂਦਾ ਹੈ, ਗੋਲਡੀ ਬਰਾੜ ਨੂੰ, ਉਹ ਭਾਰਤ ਤੋਂ ਬਾਹਰ ਹੈ। ਉਹਦੇ ਤੱਕ ਪਹੁੰਚਣਾ ਜੀ ਮੇਰਾ ਖਿਆਲ ਵੀ ਭਾਰਤ ਸਰਕਾਰ ਜੇ ਪੂਰੀ ਕੋਸ਼ਿਸ਼ ਵੀ ਕਰੇ ਜੀ ਤਾਂ ਕਈ ਵਰੇ ਤੱਕ ਲੱਗ ਜਾਂਦੇ ਆ। ਤੁਹਾਡੇ ਯਾਦ ਹੋਣਾ ਹੈ ਇੱਕ ਕੇਸ ਹੋਇਆ ਸੀ ਮੇਰਾ ਖਿਆਲ ਸੰਗਰੂਰ ਜ਼ਿਲ੍ਹੇ 'ਚ ਜੀ, ਜਦੋਂ ਜੱਸੀ ਨਾਂ ਦੀ ਇੱਕ ਕੁੜੀ ਬਾਹਰੋਂ ਆਈ ਸੀ। ਹੋਇਆ ਸੀ ਜਗਰਾਉਂ ਜੀ। ਹਾਂ ਜਗਰਾਉਂ, ਉਹਦੀ ਮਾਮੇ ਤੇ ਮਾਂ ਨੇ ਘਰ ਵਾਲਾ ਕਤਲ ਕਰਾਇਆ। ਉਹ ਲੜਕੀ ਜਦੋਂ ਇੱਕ ਟੈਂਪੂ ਦੇ ਉੱਤੇ ਬੈਠ ਕੇ ਜਾ ਰਹੀ ਸੀ ਤੇ ਟੈਂਪੂ ਚਾਲਕ ਨੌਜਵਾਨ ਮੁੰਡਾ ਸੀ, ਉਹਦੇ ਨਾਲ ਉਹਦਾ ਅਫੇਅਰ ਹੋ ਗਿਆ ਸੀ। ਬਾਅਦ ਦੇ ਵਿੱਚ ਵਿਆਹ ਕਰਵਾ ਲਿਆ ਸੀ, ਲੇਕਿਨ ਮਾਪਿਆਂ ਨੂੰ ਉਹ ਮਨਜ਼ੂਰ ਨਹੀਂ ਸੀ ਜੀ। ਉਹ ਮਾਮੇ ਨੇ ਤੇ ਮਾਂ ਨੇ ਇੱਕ ਕਨਸਪੀਰੇਸੀ ਕਰਕੇ ਉਹਦਾ ਕਤਲ ਕਰਵਾਤਾ ਸੀ। ਉਸ ਮਾਮਲੇ ਨੂੰ ਬੜਾ ਹਾਈਲਾਈਟ ਕੀਤਾ ਸੀ ਮੀਡੀਆ ਨੇ, ਖਾਸ ਕਰਕੇ ਟ੍ਰਿਬਿਊਨ ਅਖਬਾਰ ਦੇ ਜਿਹੜੇ ਸੀਨੀਅਰ ਜਰਨਲਿਸਟ ਹੈ ਜੁਪਿੰਦਰਜੀਤ ਹੋਰਾਂ ਨੇ ਜੀ, ਬੜਾ ਉਹਨਾਂ ਨੇ ਉਹਨੂੰ ਬੜਾ ਹਾਈਲਾਈਟ ਕੀਤਾ ਸੀ। ਉੱਥੇ ਬਾਕੀਆਂ ਨੂੰ ਭਾਵੇਂ ਸਜ਼ਾ ਮਿਲ ਗਈ ਸੀ ਤੇ ਦਾਨੇਵਾਲੀਆ ਸਾਹਿਬ ਉਹਨਾਂ ਨੂੰ ਬਹੁਤ ਲੰਬਾ ਸਮਾਂ ਲੱਗ ਗਿਆ ਸੀ ਭਾਰਤ ਸਰਕਾਰ ਨੂੰ ਕੈਨੇਡਾ 'ਚੋਂ ਮੰਗਵਾਉਣ ਵਾਸਤੇ। ਬਿਲਕੁਲ ਇੱਕ ਵਾਰੀ ਤਾਂ ਸਥਿਤੀ ਇਹ ਸੀ ਕਿ ਜਹਾਜ਼ ਦੇ ਵਿੱਚ ਬਿਠਾ ਲਿਆ ਸੀ, ਫਿਰ ਲਾ ਲਏ ਸੀਗੇ। ਇਸ ਤਰ੍ਹਾਂ ਕਿ ਇਹ ਮਾਮਲਾ ਕੋਈ ਸੌਖਾ ਨਹੀਂ, ਜਿਹੜਾ ਬੰਦਾ ਬਾਹਰ ਗਿਆ ਹੋਵੇ। ਇਹ ਵੀ ਨਹੀਂ ਪਤਾ ਵੀ ਗੋਲਡੀ ਬਰਾੜ ਉੱਥੇ ਬੈਠਾ ਕਿ ਉੱਥੋਂ ਕਿਤੇ ਗਾਂਹ ਚਲਾ ਗਿਆ ਹੋਵੇ। ਖੈਰ ਸਿੱਧੂ ਮੂਸੇਵਾਲੇ ਦੀ ਜ਼ਮੀਨ ਦੇ ਵਿੱਚ ਉਹਦਾ ਸੰਸਕਾਰ ਕੀਤਾ ਸੀ ਜੀ। ਸਾਹਮਣੇ ਉਹਦੀ ਹਵੇਲੀ ਹੈ ਜਿੱਥੇ ਸੰਸਕਾਰ ਕੀਤਾ ਸੀ। ਉਸ ਜਗ੍ਹਾ ਦੇ ਉੱਤੇ ਇੱਕ ਉਹਦੀ ਯਾਦਗਾਰ ਸਥਾਪਿਤ ਕਰ ਦਿੱਤੀ ਹੈ ਤੇ ਉੱਥੇ ਉਹਦਾ ਸਟੈਚੂ ਵੀ ਲਾਤਾ ਹੈ ਜੀ। ਰੱਖੜੀ ਦਾ ਤਿਉਹਾਰ ਹੋਵੇ, ਉੱਥੇ ਕੁੜੀਆਂ ਚਿੜੀਆਂ ਜਾਂਦੀਆਂ, ਉਹਨੂੰ ਰੱਖੜੀ ਬੰਨ੍ਹਦੀਆਂ। ਵੈਸੇ ਵੀ ਜਿਹੜੇ ਉਹਦੇ ਫੈਨ ਹੈ ਉਹਨਾਂ ਦੀ ਜਿਹੜੀ ਹੈਗੀ ਹੈ ਗਿਣਤੀ ਹਜ਼ਾਰਾਂ 'ਚ ਨਹੀਂ ਲੱਖਾਂ 'ਚ ਹੈ। ਹਾਂਜੀ, ਬੜੇ ਦੂਰ ਦਰਾਡੇ ਆਉਂਦੇ। ਕੱਲ੍ਹ ਆਪਣੇ ਜਰਨਲਿਸਟ ਮੁੰਡੇ ਜਿਹੜੇ ਇਲੈਕਟ੍ਰੋਨਿਕ ਮੀਡੀਆ ਨਾਲ ਜੁੜੇ ਹੋਏ, ਇੱਕ ਮੁੰਡਾ ਗੱਲ ਕਰ ਰਿਹਾ ਸੀ, ਕਹਿੰਦੇ ਜੀ ਕੈਲਗਰੀ ਤੋਂ ਇੱਕ ਬੀਬੀ ਆਈ ਹੋਈ ਜੀ, ਉਹਨੂੰ ਜਿਹੜੀ ਹੈਗੀ ਹੈ ਸ਼ਰਧਾ ਭੇਟ ਕਰਨ ਵਾਸਤੇ। ਔਰ ਉਹ ਕਹਿੰਦੇ ਵੀ ਜਦੋਂ ਸਾਡੇ ਨਾਲ ਗੱਲ ਕਰਦੀਆਂ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਟਪਕਣੇ ਸ਼ੁਰੂ ਹੋ ਗਏ ਤੇ ਮਾਈਕ ਅਸੀਂ ਨਾਲ ਦੀ ਨਾਲ ਪਾਸੇ ਕਰ ਲਿਆ ਸੀ। ਬੜੇ ਲੋਕ ਆਉਂਦੇ ਤੇ ਇਸ ਵੇਲੇ ਤੁਹਾਡੇ ਯਾਦ ਹੋਣਾ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਮੱਸਿਆ ਤੇ ਮੇਲਾ ਲੱਗਦਾ ਹੁੰਦਾ ਸੀਗਾ ਇਤਿਹਾਸਕ ਗੁਰਦੁਆਰਿਆਂ 'ਚ, ਬਿਲਕੁਲ ਉਸ ਤਰ੍ਹਾਂ ਉੱਥੇ ਮੇਲਾ ਲੱਗਦਾ ਜੀ ਲਗਭਗ ਹਰ ਐਤਵਾਰ। ਤੇ ਛੋਟੀਆਂ ਮੋਟੀਆਂ ਚੀਜ਼ਾਂ ਤੋਂ ਲੈ ਕੇ ਜਿਹੜੀਆਂ ਕੀ ਹੁੰਦੀ ਹੈ ਤੁਹਾਡੀ ਤਸਵੀਰਾਂ ਸਿੱਧੂ ਮੂਸੇਵਾਲੇ ਦੀਆਂ, ਟੀ-ਸ਼ਰਟਾਂ ਜੀ, ਇਹੋ ਜਿਹਾ ਸਮਾਨ ਜਿਹੜਾ ਹੈਗਾ ਬੜੇ ਮਹਿੰਗੇ ਭਾਅ ਤੇ ਉੱਤੇ ਵਿਕ ਰਿਹਾ, ਕਰਕੇ ਹੀ ਲੋਕਾਂ ਨੂੰ ਉੱਥੇ ਰੁਜ਼ਗਾਰ ਵੀ ਮਿਲੇ। ਜਿਉਂਦੇ ਜੀ ਬੰਦਾ ਲੋਕਾਂ ਦਾ ਐਂਟਰਟੇਨਮੈਂਟ ਕਰਦਾ ਹੁੰਦਾ ਸੀ, ਲੇਕਿਨ ਮਰ ਕੇ ਉਹ ਲੋਕਾਂ ਨੂੰ ਕਿਸੇ ਨੂੰ ਰੁਜ਼ਗਾਰ ਵੀ ਦੇ ਗਿਆ। ਇਕੱਠ ਸੀ ਪਿਛਲੇ ਦਿਨਾਂ ਦੇ ਵਿੱਚ। ਲੋਕ ਜਦੋਂ ਆਉਂਦੇ ਹੈ ਤਾਂ ਉਹ ਮਾਪਿਆਂ ਦੇ ਕੋਲ ਇੱਕ ਸਹਾਰਾ ਜਿਹਾ ਵੀ ਹੈਗਾ ਵੀ ਲੋਕ ਸਾਡੇ ਕੋਲ ਆਏ ਆ, ਚਲੋ
ਆਪਾਂ ਇਹਨਾਂ ਨਾਲ ਆਪਣਾ ਦਿਲ ਦੀਆਂ ਗੱਲਾਂ ਕਰੀਏ, ਗੋਬਗਵਾਟ ਕੱਢੀਏ, ਕੁਛ ਨਾ ਕੁਛ ਗੱਲ ਕਹੀਏ। ਤੇ ਉੱਥੇ ਜਦੋਂ ਬੋਲਣ ਲੱਗਿਆ ਬਲਕੌਰ ਸਿੰਘ ਹੁਣੀ, ਜਿਹੜਾ ਸਿੱਧੂ ਮੂਸੇਵਾਲੇ ਦਾ ਬਾਪ ਹੈ ਜੀ, ਮਾਂ ਵੀ ਉਹਦੀ ਚਰਨ ਕੌਰ ਨਾਲ ਹੀ ਖੜੋਤੀ ਹੈ। ਉਹਨੇ ਕਿਹਾ ਯਾਰ ਵੀ ਮੈਨੂੰ ਮੇਰੇ ਮੁੰਡੇ ਨੂੰ ਅਸਲ ਦੇ ਵਿੱਚ ਜਿਹੜਾ ਨਾ ਮੇਰੇ ਮੁੰਡੇ ਦਾ ਕਤਲ ਹੋਇਆ ਜੀ, ਗੈਂਗਸਟਰਾਂ ਨੂੰ ਤਾਂ ਇਸਤੇਮਾਲ ਕੀਤਾ ਗਿਆ, ਉਹਦਾ ਤਾਂ ਕੋਈ ਰੌਲਾ ਹੀ ਨਹੀਂ ਸੀ ਜੀ, ਉਹ ਕਿਸੇ ਵੀ ਗੈਂਗਸਟਰ ਧੜੇ ਦੇ ਨਾਲ ਨਹੀਂ ਸੀ ਲੱਗਿਆ। ਉਹਨਾਂ ਨੇ ਵਿੱਕੀ ਮਿੱਡੂ ਖੇੜੇ ਦਾ ਹਵਾਲਾ ਦਿੱਤਾ ਕਿ ਕਿਹਾ ਜਾਂਦਾ ਹੈ ਕਿ ਉਹਨੂੰ ਇਸ ਕਰਕੇ ਮਾਰਿਆ ਕਿਉਂਕਿ ਵਿੱਕੀ ਮਿੱਡੂ ਖੇੜੇ ਦਾ ਜਿਹੜਾ ਕਤਲ ਹੋਇਆ ਸੀ ਜੀ, ਉਹ ਕਤਲ ਉਹਦੇ ਮੈਨੇਜਰ ਸ਼ਗਨਦੀਪ ਹੈ ਕਿ ਮੁੰਡੇ ਦਾ ਹਾਂ ਨਾਮ ਸ਼ਗਨਦੀਪ, ਸ਼ਗਨਦੀਪ ਨੇ ਮੈਨੇਜਰ ਨੇ ਕਹਿੰਦੇ ਉਹਦੇ ਕਰਵਾਇਆ। ਇੱਕ ਬਲਕੌਰ ਸਿੰਘ ਨੇ ਪਹਿਲੀ ਵਾਰ ਕਿਹਾ, ਕਹਿੰਦਾ ਯਾਰ ਇਹ ਬਿਲਕੁਲ ਝੂਠ ਹੈ। ਸ਼ਗਨਦੀਪ ਕਦੇ ਵੀ ਮੇਰੇ ਬੇਟੇ ਦਾ ਜਾਂ ਸਾਡੀ ਕੰਪਨੀ ਦਾ ਉਹ ਮੈਨੇਜਰ ਨਹੀਂ ਰਿਹਾ। ਉਹ ਫੈਨ ਜ਼ਰੂਰ ਸੀ, ਫੈਨ ਤੋਂ ਥੋੜਾ ਜਿਹਾ ਨੇੜੇ ਹੋ ਗਿਆ, ਜਿੱਥੇ ਦੇ ਪ੍ਰੋਗਰਾਮ ਹੁੰਦੇ ਸੀ ਉੱਥੇ ਚਲਾ ਜਾਂਦਾ ਸੀ ਜੀ। ਮੋਰ ਓਵਰ ਉਹ ਕਹਿੰਦਾ ਜੇ ਵਿੱਕੀ ਮਿੱਡੂ ਖੇੜੇ ਦਾ ਕਤਲ ਸ਼ਗਨਪ੍ਰੀਤ ਜਾਂ ਸ਼ਗਨਦੀਪ ਉਹਨੇ ਕਰਵਾਇਆ ਹੈ ਤਾਂ ਫਿਰ ਉਹਨੂੰ ਮਾਰਨਾ ਚਾਹੀਦਾ ਸੀ, ਮੇਰੇ ਮੁੰਡੇ ਨੂੰ ਕਿਉਂ ਮਾਰਿਆ, ਮੇਰੇ ਨੂੰ ਕਿਉਂ ਮਾਰਿਆ? ਉਹਨੇ ਬਹੁਤ ਵੱਡਾ ਸਵਾਲ ਖੜਾ ਕਰਦਾ। ਫਿਰ ਉਹ ਕਹਿੰਦਾ ਵੀ ਅਸੀਂ ਆਪਣੇ ਮੁੰਡੇ ਦੀ ਰਾਖੀ ਰੱਖਦੇ ਹੁੰਦੇ ਸੀ, ਉਹਨੂੰ ਘਰੋਂ ਬਾਹਰ ਨਹੀਂ ਜਾਣ ਦਿੰਦੇ ਸੀ, ਜੇ ਕਿਤੇ ਜਾਣਾ ਵੀ ਪੈਂਦਾ ਤੇ ਉਹਨੂੰ ਕਹਿੰਦੇ ਸੀ ਵੀ ਤੂੰ ਆਪਣੇ ਗਨਮੈਨ ਨਾਲ ਲੈ ਕੇ ਜਾ। ਬੜੀ ਰਾਖੀ ਰੱਖਦੇ ਸੀ, ਪਰ ਜਦੋਂ ਆਪਦੇ ਮਰਵਾਉਣ ਤੇ ਆ ਜਾਣ ਤੇ ਕੌਣ ਬਚਾ ਸਕਦਾ। ਉਹਨਾਂ ਨੇ ਸਵਾਲ ਖੜਾ ਕੀਤਾ, ਉਹ ਕਹਿੰਦੇ ਵੀ ਜਦੋਂ ਕੈਨੇਡਾ ਗਿਆ ਸੀ ਜਿੱਥੋਂ ਇਹਨੇ ਆਪਣਾ ਗਾਇਕੀ ਵਾਲਾ ਜੀਵਨ ਸ਼ੁਰੂ ਕੀਤਾ, ਅਸਲ ਦੇ ਵਿੱਚ ਉਦੋਂ ਹੀ ਜਿਹੜੀ ਇਹਦੀ ਚੜ੍ਹਾਈ ਤੋਂ ਕੁਝ ਲੋਕ ਸੜਨੇ ਸ਼ੁਰੂ ਹੋ ਗਏ, ਪਰੇਸ਼ਾਨ ਹੋ ਗਏ ਸੀ। ਔਰ ਇਸ ਵੇਲੇ ਜਿਹੜੀ ਹੈਗੀ ਹੈ ਜਿਹੜੀ ਫਿਲਮ ਇਹ ਕੀ ਨੂੰ ਆਪਾਂ ਮਿਊਜ਼ਿਕ ਇੰਡਸਟਰੀ ਹਾਂਜੀ, ਇਹ ਕਹਿੰਦੇ ਵੀ 700 ਕਰੋੜ ਰੁਪਏ ਦਾ ਇਸ ਵੇਲੇ ਦਾ ਹੈਗਾ ਬਿਜ਼ਨਸ ਹੈ। ਤੇ ਜਿਹੜਾ 700 ਕਰੋੜ ਰੁਪਏ ਦੇ ਬਿਜ਼ਨਸ ਦੇ ਵਿੱਚ ਇਕੱਲੇ ਗੈਂਗਸਟਰ ਨਹੀਂ, ਇਹਦੇ ਵਿੱਚ ਇਕੱਲੇ ਮਿਊਜ਼ੀਸ਼ੀਅਨ ਨਹੀਂ ਹੈਗੇ ਜਿਹੜੇ ਜਾਂ ਮਿਊਜ਼ਿਕ ਵਾਲੇ ਨਹੀਂ, ਇਹਦੇ ਵਿੱਚ ਕਹਿੰਦੇ ਗੈਂਗਸਟਰਾਂ ਨੇ ਵੀ ਆ ਕੇ ਆਪਣੀ ਐਂਟਰੀ ਪਾ ਲਈ। ਅੱਛਾ। ਔਰ ਉਹਨਾਂ ਗੈਂਗਸਟਰਾਂ ਨੂੰ ਜਿਹੜੇ ਹੈਗੇ ਆ ਤੁਖੜੀ ਦੇਣ ਵਾਲੇ ਲੋਕ, ਉਹ ਵੀ ਕੁਝ ਗਾਇਕ ਹੀ ਸੀ, ਗਾਇਕ ਕੰਪਨੀਆਂ ਵਾਲੇ ਸੀ। ਉਹਨਾਂ ਨੇ ਕਹਿੰਦੇ ਜੀ ਇਹ ਸਾਰਾ ਕੁਝ ਕਰਵਾਇਆ ਹੈ। ਉਹ ਕਹਿੰਦਾ ਵੀ ਮੈਨੂੰ ਪਤਾ ਉਹਨਾਂ ਨਾਮਾਂ ਦਾ, ਵਕਤ ਆਉਣ ਦੇ ਉੱਤੇ ਮੈਂ ਨਾਮ ਵੀ ਜ਼ਾਹਰ ਕਰੂੰਗਾ। ਤੁਹਾਡੀ ਯਾਦ ਹੈ ਜਿੱਦਣ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ, ਉਦੋਂ ਦੇਰ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪੰਜਾਬ ਦੇ ਡੀਜੀਪੀ ਨੇ ਜੀ, BK ਭਾਵਰਾ ਸਾਹਿਬ ਉਦੋਂ ਪੰਜਾਬ ਦੇ ਡੀਜੀਪੀ ਹੁੰਦੇ ਸੀ। ਉਹਨਾਂ ਨੇ ਪਹਿਲੇ ਸੱਟੇ ਕਹਿਤਾ ਸੀ ਕਿ ਇਹ ਲੜਾਈ ਜਿਹੜੀ ਹੈਗੀ ਗੈਂਗਸਟਰਾਂ ਦੀ ਹੈ, ਇਹ ਮੌਤ ਗੈਂਗਸਟਰਾਂ ਦੀ ਆਪਸੀ ਲੜਾਈ ਦੀ ਵਜ੍ਹਾ ਕਾਰਨ ਹੋਈ ਹੈ। ਪਰਿਵਾਰ ਨੇ ਉਹਦੇ ਤੇ ਦੁੱਖ ਵੀ ਪ੍ਰਗਟ ਕੀਤਾ ਸੀ ਕਿ ਗਲਤ ਹੋਇਆ। ਔਰ ਥੋੜਾ ਜਿਹਾ ਬਲਕੌਰ ਸਿੰਘ ਹੋਣਾ ਨੇ ਮੇਰਾ ਖਿਆਲ ਹੈ ਵੀ ਪੋਸਟਮਾਰਟਮ ਕਰਵਾਉਣ ਤੋਂ ਵੀ ਇਨਕਾਰ ਕਰਤਾ ਸੀ। ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਆਪ ਇਹ ਮਾਮਲੇ ਨੂੰ ਆਪਣੇ ਹੱਥ ਲਿਆ। ਉਹਨਾਂ ਨੇ ਕਿਹਾ DGP ਨੂੰ ਕਿ DGP ਸਾਹਿਬ ਤੁਸੀਂ ਰਿਗਰੈਟ ਕਰੋ, ਔਰ DGP ਸਾਹਿਬ ਨੇ ਰਿਗਰੈਟ ਵੀ ਕੀਤਾ ਸੀ, ਨਹੀਂ ਮੈਨੂੰ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ। ਬਾਅਦ ਦੇ ਵਿੱਚ ਜਦੋਂ ਇਹ ਗੋਲਡੀ ਬਰਾੜ ਹੋਰਾਂ ਵਾਲਾ ਤੇ ਦੂਜਾ ਸਾਰਾ ਬਿਸ਼ਨੋਈ ਵਾਲਾ ਚੱਲ ਪਿਆ ਚੱਕਰ ਲਾਰੈਂਸ ਵਾਲਾ ਕੇ ਨਾਲ ਹੈ, ਉਦੋਂ ਵੀ ਕੁਝ ਰੇਡੀਓ TV ਚੈਨਲਾਂ ਨੇ ਵੈਬ ਚੈਨਲ ਵਾਲਿਆਂ ਨੇ ਗੱਲ ਕਹਿਤੀ ਸੀ ਵੀ ਆਹ ਦੇਖੋ ਜੀ ਤਾਂ ਗੈਂਗਸਟਰਾਂ ਦੀ ਲੜਾਈ ਹੈ। ਲੇਕਿਨ ਹੁਣ ਬਲਕੌਰ ਸਿੰਘ ਹੋਰਾਂ ਨੇ ਬਿਲਕੁਲ ਪਰਦਾ ਚੱਕਤਾ। ਅੱਛਾ, ਉਹ ਕਹਿੰਦੇ ਜੀ ਹੁਣ ਅਸੀਂ ਜ਼ਾਹਰ ਕਰਾਂਗੇ ਕਿ ਇਹ ਬੰਦੇ ਕੌਣ ਹੈ। ਇਹ ਗੱਲ ਉਹਨਾਂ ਨੇ ਕਹਿਤੀ। ਇਹ ਤੋਂ ਬਾਅਦ ਦਾਨੇਵਾਲੀਆ ਸਾਹਿਬ ਹੁਣ ਜਿਹੜੀ ਹੈਗੀ ਹੈ ਤਰਸੱਲੀ ਮੱਚੀ ਪਈ ਹੈ ਜੀ, ਕਿਹਦਾ ਨਾਂ ਲਊਗਾ ਬਲਕੌਰ ਸਿੰਘ ਤੇ ਕੌਣ ਬੰਦੇ ਹੈ। ਆਮ ਤੌਰ ਤੇ ਆਪਾਂ ਨੂੰ ਪਤਾ ਹੁੰਦਾ ਕਿ ਜਿਹਦੇ ਮਨ ਦੇ ਵਿੱਚ ਮੈਲ ਹੋਵੇ ਉਹ ਤੁਹਾਡੇ ਨਾਲ ਅੱਖ ਨਹੀਂ ਸਾਂਝੀ ਕਰ ਸਕਦਾ। ਇਸ ਝਗੜੇ ਨਾਲ ਸੰਬੰਧਿਤ ਕੁਝ ਬੰਦੇ ਜਿਨ੍ਹਾਂ ਦੇ ਪਹਿਲਾਂ ਨਾਂ ਆਏ ਸੀ, ਉਹ ਬੰਦੇ ਤਾਂ ਕਹਿੰਦੇ ਵੀ ਅੱਗੇ ਪਿੱਛੇ ਵੀ ਹੋ ਗਏ, ਕੁਝ ਤਾਂ ਕਹਿੰਦੇ ਦੇਸ਼ ਛੱਡ ਕੇ ਵੀ ਬਾਹਰ ਚਲੇ ਗਏ, ਕੁਝ ਜਿਹੜੇ ਹੈਗੇ ਹੋਰਾਂ ਥਾਵਾਂ ਤੇ ਉਹਨਾਂ ਨੇ ਟਿਕਾਣੇ ਬਣਾ ਲਏ। ਖੈਰ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਜੇ ਗਾਇਕਾਂ ਨੇ ਜਾਂ ਕਲਾਕਾਰਾਂ ਨੇ ਜਾਂ ਉਹਦੇ ਨੇੜਲੇ ਨੇ ਉਹਦਾ ਇਹ ਕਤਲ ਕਰਵਾਇਆ ਤੇ ਐਦੋਂ ਵੱਡਾ ਪਾਪ ਕੋਈ ਨਹੀਂ। ਔਰ ਬਲਕੌਰ ਸਿੰਘ ਹੋਰਾਂ ਨੂੰ ਆਪਾਂ ਤਾਂ ਬੇਨਤੀ ਕਰਾਂਗੇ ਕਿ ਤੁਸੀਂ ਹੁਣ ਬਹੁਤਾ ਟਾਈਮ ਨਾ ਲਾਓ, ਤੁਸੀਂ ਸਿੱਧੇ ਤੌਰ ਦੇ ਉੱਤੇ ਨਾਂ ਲੈ ਦਿਓ ਜਿਹੜੇ ਬੰਦੇ ਹੈਗੇ ਉਹਨਾਂ ਦਾ ਨਾਂ ਲੈ ਦਿਓ, ਘੱਟੋ ਘੱਟ ਉਹਨੂੰ ਸਮਾਜ ਦੇ ਵਿੱਚ ਨੰਗੇ ਤਾਂ ਕਰੋ। ਔਰ ਜੇ ਉਹ ਨੰਗੇ ਹੋਣਗੇ ਸਮਾਜ ਦੇ ਵਿੱਚ ਘੱਟੋ ਘੱਟ ਕੱਲ੍ਹ ਨੂੰ ਕੋਈ ਹੋਰ ਤਾਂ ਨਾ ਕਰੂ। ਬਿਲਕੁਲ। ਔਰ ਇਹ 'ਚ ਕੋਈ ਸ਼ੱਕ ਨਹੀਂ, ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ। ਉਹ ਕਹਿੰਦਾ ਵੀ ਮੇਰੇ ਪੁੱਤ ਨੂੰ ਉਹਦੀ ਪ੍ਰਸਿੱਧੀ ਨੇ ਮਰਵਾਤਾ। ਉਮਰ ਕੋਈ ਬਹੁਤੀ ਨਹੀਂ, 28-29 ਸਾਲ ਕੀ ਮੈਨੇ ਰੱਖਦੀ ਹੈ ਜੀ। 28-29 ਸਾਲਾਂ ਦੇ ਵਿੱਚ ਜਿਹੜੀ ਉਹਨੇ ਪਾਪੂਲੈਰਿਟੀ ਹਾਸਿਲ ਕਰ ਲਈ, ਜਿਉਂਦੇ ਜੀ ਤਾਂ ਆਲੋਚਨਾ ਆਪਾਂ ਵੀ ਕਰਦੇ ਹੁੰਦੇ ਸੀ। ਜਦੋਂ ਉਹਨੇ ਇਲੈਕਸ਼ਨ ਵਾਲੇ ਮਾਮਲੇ 'ਚ ਪੰਗਾ ਲਿਆ ਆਪਾਂ ਕਹਿੰਦੇ ਉਹਨੂੰ ਲੋੜ ਕੀ ਹੈ। ਲੇਕਿਨ ਦਾਨੇਵਾਲੀਆ ਸਾਹਿਬ ਹੁਣ ਗੱਲਾਂ ਆ ਰਹੀਆਂ, ਜਿਹੜੇ ਕੁਝ ਮਿੱਤਰ ਆਪਣੇ ਚਲੋ ਉਹਦੇ ਸਪੋਰਟਰ ਸੀਗੇ, ਉਹਦੀ ਪਾਰਟੀ ਨਾਲ ਸੰਬੰਧਿਤ ਸੀ ਕਾਂਗਰਸ ਪਾਰਟੀ ਨਾਲ, ਉਹ ਦੱਸਦੇ ਕਿ ਅਸੀਂ ਵੀ ਉਹਨੂੰ ਕਿਹਾ ਸੀ ਵੀ ਤੂੰ ਕਿਉਂ ਪੰਗਾ ਲੈ ਲਿਆ। ਉਹ ਕਹਿੰਦਾ ਮੇਰੀ ਮਜਬੂਰੀ ਹੈ,
ਔਰ ਇਹ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਹਿਤੀ ਸੀ, ਇਲਜ਼ਾਮ ਤਾਂ ਰਾਜੇ ਵੜਿੰਗ ਤੇ ਲੱਗਦੇ ਸੀ ਕਿ ਰਾਜਾ ਵੜਿੰਗ ਨੇ ਉਹਨੂੰ ਖੜਾ ਕੀਤਾ। ਉਹ ਕਹਿੰਦਾ ਰਾਜੇ ਵੜਿੰਗ ਨੇ ਇਹਨੂੰ ਰੋਕਿਆ ਸੀ ਵੀ ਕਾਕਾ ਇਹ ਕੰਮ ਨਾ ਕਰੋ। ਕਹਿੰਦਾ ਜੀ ਗੱਲ ਇਹ ਆ ਵੀ ਮੈਨੂੰ ਸਿਕਿਉਰਿਟੀ ਚਾਹੀਦੀ ਹੈ, ਤੇ ਜਿੰਨੀ ਦੇਰ ਸਿਕਿਉਰਿਟੀ ਉਹਦੇ ਕੋਲ ਫੁੱਲ ਫਲਾਈਟ ਰਹੀ ਕੋਈ ਨੇੜੇ ਨਹੀਂ ਲੱਗਿਆ ਜਿੱਦਣ, ਤੇ ਜਿਹਦੇ ਸਿਕਿਉਰਿਟੀ ਵਿਡਰਾ ਕਰਕੇ ਤੇ ਨਾਲ ਡਿਕਲੇਅਰ ਕਰਤਾ ਬਸ ਉਹਦੇ ਨਾਲ ਦੀ ਨਾਲ ਹੀ ਉਹਦੀ ਉਹਨੇ ਤਾਂ ਗੱਲ ਪੁਲਿਸ ਦੀ ਤਾਕ 'ਚ ਬੈਠੀ ਸੀ ਨਹੀਂ ਜੀ, ਉਹ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਹੀ ਪੁਲਿਸ ਦੀ ਚ ਆ ਗਈ ਹੈ ਵੀ ਉਹਨੇ ਕਿਹਾ ਗੋਲਡੀ ਬਰਾੜ ਨੇ ਵੀ ਅੱਜ ਹੀ ਕਰ ਦਿਓ, ਇਹ ਤੋਂ ਬਾਅਦ ਕਿਤੇ ਸ਼ਾਇਦ ਦੁਬਾਰਾ ਉਹਨੂੰ ਸਿਕਿਉਰਿਟੀ ਮਿਲ ਜਾਏ। ਉਹ ਬੰਦੇ ਦਾ ਕਤਲ ਹੋ ਗਿਆ। ਸੋ ਜਿਹੜੇ ਕਤਲ ਕਰਵਾਉਣ ਵਾਲੇ ਦੇਖੋ, ਆਮ ਤੌਰ ਤੇ ਸਾਡੀ ਜਿਹੜੀ ਫੌਜਦਾਰੀ ਅਪਰਾਧ ਵਾਲੀ ਆਪਣਾ ਇੱਕ ਪ੍ਰਣਾਲੀ ਹੈ, ਉਸ ਪ੍ਰਣਾਲੀ ਦੇ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਜਿਹੜੇ ਹੱਥ ਕਿਸੇ ਬੰਦੇ ਨੂੰ ਕਤਲ ਕਰਦੇ ਹੈ, ਜਿੰਨੇ ਜ਼ਿੰਮੇਵਾਰ ਉਹ ਹੱਥ ਹੈ ਉਹਨਾਂ ਜ਼ਿੰਮੇਵਾਰ ਉਹ ਦਿਮਾਗ ਵੀ ਹੈ ਜਿਹੜਾ ਉਹਨਾਂ ਨੂੰ ਮਗਰੋਂ ਇਹ ਕਰਵਾਉਂਦਾ ਹੈ। ਧਾਰਾ 120 ਵੀ ਲੱਗਦੀ ਹੈ, 120 ਵੀ ਲੱਗਦੀ ਹੈ ਤੇ 34 ਵੀ ਲੱਗ ਜਾਂਦੀ ਹੈ। ਮਾਰਨ ਵਾਲੇ ਨਾਲੋਂ ਇਸ਼ਾਰਾ ਕਰਕੇ ਮਰਵਾਉਣ ਵਾਲਾ ਬੰਦਾ ਜਿਹੜਾ ਉਹ ਵੱਧ ਜ਼ਿੰਮੇਵਾਰ ਹੁੰਦਾ ਹੈ। ਇਸ ਕਰਕੇ ਜੇ ਕਿਸੇ ਨੇ ਕਰਵਾਇਆ ਤਾਂ ਉਹਨਾਂ ਨੂੰ ਜ਼ਰੂਰ ਨੰਗੇ ਕਰੋ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜੀ। ਸੋ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਲੋਕਲ ਜੌਬ ਦੇ ਲਈ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਤੁਸੀਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦੇ ਵੀ ਤੁਸੀਂ ਬੁੱਕ ਕੀਪਿੰਗ ਕਰਾਉਣੀ ਹੈ, ਅਕਾਊਂਟਸ ਮੇਨਟੇਨ ਕਰਾਉਣੇ ਆ ਜਾਂ ਪਰਸਨਲ ਟੈਕਸਿਸ ਲਈ ਸੇਵਾਵਾਂ ਲੈਣੀਆਂ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਹਲ ਅਤੇ ਲੋਕਪਾਲ ਸੋਹਲ ਦੇ ਨਾਲ 2535208886 ਦੇ ਉੱਤੇ ਤੁਸੀਂ ਕਾਲ ਕਰਕੇ ਅਪਾਇੰਟਮੈਂਟ ਬਣਾ ਸਕਦੇ ਹੋ। ਇਹਨਾਂ ਦੇ ਨਾਲ ਸਿੱਧੀ ਪੰਜਾਬੀ 'ਚ ਗੱਲ ਕਰੋ, ਬੇਝਿਜਕ ਹੋ ਕੇ ਤੁਸੀਂ ਖੁੱਲ੍ਹੀ ਤਰ੍ਹਾਂ ਨਾਲ ਇਹਨਾਂ ਤੋਂ ਆਪਣੀ ਸਲਾਹ ਮਸ਼ਵਰਾ ਕਰ ਸਕਦੇ ਹੋ। 24915104 ਐਵੀਨਿਊ ਕੈਂਟ ਵਾਸ਼ਿੰਗਟਨ। ਸ਼ੈਟਲ ਦਾ ਇੱਕ ਬਹੁਤ ਹੀ ਮਸ਼ਹੂਰ ਨਾਂ ਹੈ ਮੱਖਣ ਨਾਗਰਾ। ਇਹਨਾਂ ਨੇ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਖੋਲ੍ਹ ਲਿਆ ਜੀ। ਇੱਥੇ ਤੁਸੀਂ ਡਾਈਨ ਇਨ ਵੀ ਕਰ ਸਕਦੇ ਹੋ। ਲੋਕੇਸ਼ਨ ਹੈ 23609104 ਐਵੀਨਿਊ ਕੈਂਟ ਤੇ ਦੂਜਾ ਜੀ ਡਾਊਨਟਾਊਨ 1520 ਬਰਾਡਵੇ ਸ਼ੈਟਲ। ਇਹ ਕੈਟਰਿੰਗ ਵੀ ਕਰਦੇ ਨੇ, ਹਰ ਤਰ੍ਹਾਂ ਦਾ ਪੰਜਾਬੀ ਫੂਡ ਅਵੇਲੇਬਲ। ਤੁਸੀਂ ਹਰੇਕ ਔਨਲਾਈਨ ਡਿਲੀਵਰੀ ਤੇ ਆਰਡਰ ਵੀ ਕਰ ਸਕਦੇ ਹੋ। 2063531699 ਤੇ 2532467296 ਦੇ ਉੱਤੇ ਕਾਲ ਕਰ ਸਕਦੇ ਹੋ। ਤੇ ਅੱਗੇ ਚਰਚਾ ਕਰਦੇ ਹਾਂ ਜੀ, ਭਾਰਤ ਪਾਕ ਵੰਡ ਦੇ ਪੀੜਤਾਂ ਨੂੰ ਆਖਰ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕੀਤੀ ਗਈ ਹੈ। ਬਿਲਕੁਲ ਜੀ, ਇਹ ਅਰਦਾਸ ਜਿਹੜੀ ਕੀਤੀ ਹੈ ਅਕਾਲ ਤਖਤ ਸਾਹਿਬ ਤੋਂ ਕੀਤੀ ਹੈ ਤੇ ਜਿੰਨੀ ਕਿ ਮੇਰੀ ਜਾਣਕਾਰੀ ਹੈ ਮੇਰੇ ਖਿਆਲ ਵੀ ਪਹਿਲੀ ਵਾਰ ਹੈ ਜੀ। ਮਤਲਬ ਜਿਹੜੀ ਇਹ 1947 ਦੇ ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਹੈ, ਉਸ ਵੇਲੇ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ ਸੀ ਉਹਨਾਂ ਦੀ ਗਿਣਤੀ ਲਗਭਗ ਪੰਜਾਬੀਆਂ ਦੀ ਗਿਣਤੀ 10 ਲੱਖ ਦੱਸਦੀ ਹੈ। ਤੇ ਜਦੋਂ ਅਸੀਂ ਪੰਜਾਬੀਆਂ ਦਾ ਜ਼ਿਕਰ ਕਰਦੇ ਹਾਂ, ਅਸੀਂ ਸਿੱਖਾਂ ਦੀ ਜਾਂ ਹਿੰਦੂਆਂ ਦੀ ਗੱਲ ਨਹੀਂ ਕਰਦੇ, ਉਹਦੇ ਚ ਮੁਸਲਮਾਨ ਅਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਗੱਲ ਕਰਦੇ ਹਾਂ। ਚੜ੍ਹਦਾ ਪੰਜਾਬ ਸਾਡੇ ਵਾਲਾ ਤੇ ਲਹਿੰਦਾ ਪੰਜਾਬ ਜਿਹੜਾ ਹੈਗਾ ਉਹ ਪਾਕਿਸਤਾਨ ਵਾਲਾ ਹੈ ਜੀ। ਵੈਸੇ ਅਸਲ ਦੇ ਵਿੱਚ ਜੇ ਆਪਾਂ ਦੇਖੀ ਤਾਂ ਪੰਜਾਬ ਉਦੋਂ ਹੁੰਦਾ ਸੀ, ਹੁਣ ਤਾਂ ਪੰਜਾਬ ਪੰਜਾਬ ਹੀ ਨਹੀਂ ਰਿਹਾ ਜੀ। ਇਹ ਤਾਂ ਇਹਨੂੰ ਕੀ ਕਹੀਏ ਪਤਾ ਹੀ ਨਹੀਂ, ਸਮਝ ਨਹੀਂ। ਅੱਧਾ ਪੰਜਾਬ ਤਾਂ 1947 ਦੇ ਵਿੱਚ ਅੱਧੋਂ ਜ਼ਿਆਦਾ ਵੱਢਿਆ ਗਿਆ ਸੀ, ਜਿਹਦੀਆਂ ਉਹ ਦਰਰਾ ਖੈਬਰ ਤੱਕ ਸਰਹੱਦਾਂ ਹੁੰਦੀਆਂ ਸੀ, ਕਾਬਲ ਕਦਾਰ ਤੱਕ ਜਿਹਦਾ ਬੋਲਬਾਲਾ ਹੁੰਦਾ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ। ਫਿਰ 1966 ਦੇ ਵਿੱਚ ਦੁਬਾਰਾ ਫਿਰ ਜਿਹੜੀ ਹੈ ਪੰਜਾਬ ਦੀ ਵੱਢ ਟੁੱਕ ਹੋਈ ਜੀ। ਹਰਿਆਣਾ ਕਿਸੇ ਨੇ ਮੰਗਿਆ ਨਹੀਂ ਸੀ, ਸਾਡੇ ਲੀਡਰਾਂ ਦੀ ਨਲਾਇਕੀ ਦੇ ਨਾਲ ਇੱਕ ਨਵਾਂ ਸੂਬਾ ਹਰਿਆਣਾ ਬਣ ਗਿਆ। ਹਿਮਾਚਲ ਪ੍ਰਦੇਸ਼ ਨੂੰ ਸਾਡਾ ਬਹੁਤ ਵੱਡਾ ਹਿੱਸਾ ਟੂਰਿਜ਼ਮ ਵਾਲਾ ਚਲਾ ਗਿਆ। ਇੰਡਸਟਰੀ ਜਿਹੜੀ ਸੀ ਉਹ ਹਰਿਆਣੇ ਨੂੰ ਚਲੀ ਗਈ। ਅਸੀਂ ਰਹਿ ਗਏ ਜੀ ਇੱਥੇ ਆ ਮਿੱਟੀ ਦੇ ਨਾਲ ਮਿੱਟੀ ਹੁੰਦੇ, ਤੇ ਮਿੱਟੀ ਨੂੰ ਉਪਜਾਊ ਬਣਾਉਣ ਵਾਸਤੇ ਫਿਰ ਕੀਟਨਾਸ਼ਕਾਂ ਤੇ ਰਸਾਇਣਾਂ ਜਿਹੜੀਆਂ ਛਿੜਕੀਆਂ ਤੇ ਪਾਈਆਂ ਜੀ, ਉਹਦੇ ਨਾਲ ਅਸੀਂ ਇਸ ਧਰਤੀ ਨੂੰ ਇੰਨਾ ਪੋਲਿਊਟ ਕਰ ਦਿੱਤਾ, ਐਡਾ ਪਲੀਤ ਕਰ ਦਿੱਤਾ ਕਿ ਕੈਂਸਰ ਵਰਗੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਉਹ ਅਸੀਂ ਆਪਣੇ ਆਪ ਨੂੰ ਸਹੇੜ ਲਈਆਂ ਜੀ। ਜਿਹੜੇ 10 ਲੱਖ ਲੋਕ ਉਸ ਵੇਲੇ ਮਾਰੇ ਗਏ ਸੀ ਦਾਨੇਵਾਲ ਸਾਹਿਬ, ਉਹਨਾਂ 10 ਲੱਖ ਲੋਕਾਂ ਨੂੰ ਯਾਦ ਕਰਨ ਦੇ ਲਈ ਬਹੁਤ ਵਧੀਆ ਉਦਮ ਕੀਤਾ ਸਾਡੇ ਜਿਹੜੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਹਰਪ੍ਰੀਤ ਸਿੰਘ। ਉਹਨਾਂ ਨੇ ਕਿਹਾ ਸੀ ਜੀ ਅਕਾਲ ਤਖਤ ਸਾਹਿਬ ਦੇ ਉੱਤੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਾਂਗੇ, ਤੇ ਕੱਲ ਉਹਨਾਂ ਨੇ ਸ਼ਰਧਾਂਜਲੀ ਭੇਟ ਵੀ ਕੀਤੀ। ਉੱਥੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਵਾਏ ਗਏ। ਨਾਲ ਉਹਨਾਂ ਨੇ ਕਿਹਾ ਕਿ ਇਹ ਸ਼ਰਧਾਂਜਲੀ ਸਿਰਫ ਤੇ ਸਿਰਫ ਜਿਹੜੀ ਹੈਗੀ ਇੱਥੇ ਨਹੀਂ ਹੈਗੀ, ਅਕਾਲ ਤਖਤ ਸਾਹਿਬ ਤੇ ਨਹੀਂ ਜੀ, ਇਹ ਜਿੰਨੇ ਵੀ ਇਤਿਹਾਸਕ ਗੁਰੂ ਘਰ ਹੈਗੇ ਸਾਰੇ ਗੁਰੂ ਘਰਾਂ ਦੇ ਵਿੱਚ ਇਹ ਸ਼ਰਧਾਂਜਲੀ ਸਮਾਗਮ ਹੋ ਰਹੇ ਜੀ। ਅਗਲੀ ਗੱਲ ਉਹਨਾਂ ਨੇ ਹੋਰ ਕਹੀ ਸੀ, ਉਹਨਾਂ ਨੇ ਕਿਹਾ ਸੀ ਕਿ ਇਹਨਾਂ ਲੋਕਾਂ ਨੂੰ ਜਿਹੜੇ ਅਣਆਈ ਮੌਤ ਮਰ ਗਏ, ਜਿਨ੍ਹਾਂ ਜਿਹੜੇ ਆਪਣੇ ਘਰ-ਬਾਰ ਛੱਡਣੇ ਨਹੀਂ ਚਾਹੁੰਦੇ ਸੀ, ਉਹਨਾਂ ਨੂੰ ਘਰ-ਬਾਰ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਇਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਭਾਰਤ ਔਰ ਪਾਕਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਵੀ ਜੀ ਇਹ ਮੁੱਦਾ ਉਠਾਇਆ ਜਾਵੇ। ਬਹੁਤ ਵਧੀਆ ਗੱਲ ਹੈ
ਮੇਰਾ ਖਿਆਲ ਹੈ ਵੀ ਵੰਡ ਜਦੋਂ ਹੋਈ ਆ, ਜਦੋਂ 15 ਅਗਸਤ ਆਉਂਦਾ ਜੀ। ਹੈ, ਅਸੀਂ ਨਵੀਆਂ ਪੋਸ਼ਾਕਾਂ ਪਾ ਲੈਂਦੇ ਹਾਂ, ਗਿੱਧੇ ਪਾਉਣੇ ਆ, ਬਹੁਤ ਕੁਝ ਕਰਦੇ ਪਰੇਡਾਂ ਹੁੰਦੀਆਂ, ਗੁਬਾਰੇ ਛੱਡੇ ਜਾਂਦੇ, ਸਾਰਾ ਕੁਛ ਹੈ। ਤੇ ਜਿਹੜੇ 10 ਲੱਖ ਲੋਕ ਮਰ ਗਏ, ਉਹਨਾਂ ਨੂੰ ਕੌਣ ਯਾਦ ਕਰ, ਕੋਈ ਨਹੀਂ ਕਰਦਾ। ਕਦੇ ਕਦੇ ਬਸ ਇੰਨਾ ਕਹਿੰਦਾ ਹੁੰਦਾ ਜੀ ਵੀ ਉੱਥੇ ਗਏ ਸੀ, ਆਪਣੇ ਨਨਕਾਣਾ ਸਾਹਿਬ ਗਏ ਸੀਗੇ ਜੀ, ਪੰਜਾ ਸਾਹਿਬ ਗਏ ਸੀ, ਵਾਪਸ ਲਾਹੌਰ ਆ ਗਏ ਜੀ। ਔਰ ਡੇਰਾ ਸਾਹਿਬ ਦੇ ਗੁਰੂ ਘਰ ਦੇ ਬਾਹਰਲੇ ਪਾਸੇ ਜਿਹੜਾ ਵੱਡਾ ਇੱਕ ਹੈਗਾ ਪਾਰਕ ਹੈ, ਜਾਂ ਵੱਡਾ ਜਿਹਨੂੰ ਆਪਾਂ ਕਹਿ ਦਈਏ ਖੁੱਲੀ ਥਾਂ ਹੈ ਜੀ, ਉਸ ਖੁੱਲੀ ਥਾਂ ਦੇ ਉੱਤੇ ਕਹਿੰਦੇ ਜੀ ਕਦੇ ਦੇਖਿਆ ਹੁੰਦਾ ਇੱਕ ਪਾਸੇ ਤਾਂ ਮਤਲਬ ਇੱਕ ਬਜ਼ੁਰਗ ਬੰਦਾ ਹੈ ਜਿਹਦੇ ਨੀਲੀ ਪੱਗ ਬੰਨੀ ਹੁੰਦੀ ਹੈ, ਸ੍ਰੀ ਸਾਹਿਬ ਉਹਦੇ ਪਾਈ ਹੁੰਦੀ ਹੈ, ਸਾਹਮਣੇ ਇੱਕ ਨੌਜਵਾਨ ਛੋਟੀ ਕੁੜੀ ਵੀ ਹੁੰਦੀ ਹੈ ਤੇ ਨਾਲ ਉਹਦੀ ਦਾਦੀ ਜਾਂ ਉਹਦੀ ਨਾਨੀ ਵੀ ਹੁੰਦੀ ਹੈ। ਉਹ ਜੱਫੀ ਪਾ ਕੇ ਰੋਈ ਜਾਂਦੇ ਹੁੰਦੇ ਤੇ ਜਵਾਕ ਵੀ ਰੋ ਰਹੇ ਹੁੰਦੇ। ਕਹਿੰਦੇ ਕੀ ਹੈ? ਕਹਿੰਦੇ ਜੀ 47 ਵੇਲੇ ਭੈਣ ਉਧਰ ਰਹਿ ਗਈ ਸੀ ਤੇ ਭਰਾ ਇੱਧਰ ਆ ਗਿਆ। ਤੇ ਕਈ ਵਾਰੀ ਹੁੰਦੀ ਹੈ ਵੀ ਭੈਣ ਇੱਧਰ ਆ ਗਈ ਸੀ ਤੇ ਭਰਾ ਉਧਰ ਰਹਿ ਗਿਆ, ਕੋਈ ਮੁਸਲਮ ਬਣ ਗਿਆ ਕੁਛ ਬਣ ਗਿਆ। ਆ ਪਿਛਲੇ ਦਿਨਾਂ ਤੇ ਆਪਾਂ ਵਿੱਚ ਦੇਖਿਆ ਵੀ ਇੱਕ ਚਾਚਾ ਤੇ ਭਤੀਜਾ ਉਹ ਕਰਤਾਰਪੁਰ ਸਾਹਿਬ ਦੇ ਗੁਰੂ ਘਰ ਦੇ ਵਿੱਚ ਇਕੱਠੇ ਹੁੰਦੇ ਹੈ ਜੀ। ਭਤੀਜੇ ਦੀ ਉਮਰ 83 ਸਾਲ ਤੇ ਚਾਚੇ ਦੀ ਉਮਰ 95 ਸਾਲ। ਉਹ ਵੀ ਵਿਛੋੜੇ ਹੁੰਦੇ। ਇਹ ਜਿਹੜਾ ਐਡਾ ਵੱਡਾ ਦੁਖਾਂਤ ਹੈ, ਇਹਦੇ ਚ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ। ਘੱਟੋ ਘੱਟ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਕਿਤੇ ਕੋਈ ਗੱਲ ਤਾਂ ਹੋਈ ਹੈ ਨਾ। ਪਰ ਇਹਦਾ ਦੂਜਾ ਪੱਖ ਵੀ ਹੈ ਜੀ। ਦੂਜਾ ਪੱਖ ਇਹਦਾ ਕਿ ਕੱਲ ਹੀ ਬਾਈਬਲ ਕਲਾਂ ਦੇ ਵਿੱਚ ਵੀ ਇਕੱਠ ਹੋਇਆ ਸੀ। ਬਾਈਬਲ ਕਲਾਂ ਵਾਲੇ ਉਹ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਤੇ ਦੂਜੇ ਗੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ, ਉਹਨਾਂ ਨੇ ਵੀ ਇੱਕ ਇਕੱਠ ਕੀਤਾ ਸੀ ਜਿਹੜੀ GT ਰੋਡ ਦੇ ਉੱਤੇ। ਔਰ ਪਹਿਲਾਂ ਦੇ ਮੁਕਾਬਲੇ ਇਹ ਇਕੱਠ ਕਾਫੀ ਪ੍ਰਭਾਵਸ਼ਾਲੀ ਸੀ। ਉਹ ਤੋਂ ਪਹਿਲਾਂ ਆਪਾਂ ਦੇਖੀਏ ਵੀ ਕਦੇ ਉਹ ਵਕੀਲਾਂ ਦੀ ਟੀਮ ਆਉਂਦੀ ਹੁੰਦੀ ਸੀ, 2-3 ਵਾਰੀਆਂ ਉਹ ਟਾਈਮ ਜਾ ਲੈ ਕੇ ਚਲੀ ਜਾਂਦੀ ਸੀ। ਫਿਰ ਐਡਵੋਕੇਟ ਜਨਰਲ ਜਿਹੜੇ ਹੁੰਦੇ ਸੀ ਆਪਣੇ ਸਿੱਧੂ ਸਾਹਿਬ, ਅਨਮੋਲ ਰਤਨ ਸਿੰਘ ਸਿੱਧੂ, ਉਹਨਾਂ ਨੇ ਕਹਿੰਦੇ ਵੀ ਇੱਕ ਵਾਰੀ ਕਹਿ ਵੀ ਦਿੱਤਾ ਸੀਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ, ਜੀ ਸਾਡਾ ਕੰਮ ਕਾਨੂੰਨੀ ਲੜਾਈ ਕਰਨਾ ਅਦਾਲਤਾਂ 'ਚ ਹੈ, ਸਾਨੂੰ ਤੁਸੀਂ ਇਸ ਕੰਮ 'ਚ ਕਾਨੂੰਨ ਭੇਜ ਦਿਓ। ਫਿਰ ਹਰਜੋਤ ਸਿੰਘ ਬੈਂਸ ਤੇ ਸਪੀਕਰ ਸਾਹਿਬ ਭੇਜਦੇ ਸੀ। ਗੱਲ ਉਦੋਂ ਵੀ ਨਹੀਂ ਬਣੀ। ਸਪੀਕਰ ਸਾਹਿਬ ਕੱਲ ਵੀ ਗਏ ਸੀ ਤੇ ਕੱਲ ਵੀ ਉਹਨਾਂ ਨੇ ਕਿਹਾ ਸੀ ਮੈਂ ਪੰਥ ਦਾ ਫੈਸਲਾ ਪ੍ਰਵਾਨ ਕਰਦਾ, ਮੈਂ ਪੰਥ ਦੇ ਨਾਲ ਖੜਾ। ਪਹਿਲਾਂ ਪਿਛਲੇ ਟਾਈਮ ਦੇ ਵੇਲੇ ਵੀ ਇਹਨਾਂ ਨੇ ਸਮਾਂ ਮੰਗਿਆ ਸੀ, ਲੇਕਿਨ ਉਹ ਸਮਾਂ ਨਹੀਂ ਸੀ ਮਿਲਿਆ। ਕੱਲ ਉੱਥੇ ਜਿਹੜੀ ਗੱਲ ਹੈ ਨੁਕਤਾਚੀਨੀ ਵੀ ਹੋਈ ਅਕਾਲ ਤਖਤ ਸਾਹਿਬ ਦੇ। ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਦਾ ਨਾਂ ਮੇਰੇ ਨਿਕਲ ਗਿਆ ਦਿਮਾਗ ਚੋਂ। ਉਹਨੇ ਗੱਲ ਕਹੀ ਜਿਹੜੀ ਉੱਥੇ, ਉਹ ਕਹਿੰਦੇ ਵੀ ਜਥੇਦਾਰ ਸਾਹਿਬ ਨੇ ਇੱਥੇ ਆਉਣ ਦੀ ਬਜਾਏ ਇਹ ਜਿਹੜਾ ਹੈਗਾ ਦਿਨ ਕਿਉਂ ਚੁਣਿਆ ਜਦੋਂ ਅਸੀਂ ਇਕੱਠ ਕਰਨਾ। ਇਹਦਾ ਮਤਲਬ ਹੈ ਵੀ ਇੱਕ ਧਿਰ ਵੱਲ ਉਹਨਾਂ ਦਾ ਇਸ਼ਾਰਾ ਹੈ ਅਕਾਲੀ ਦਲ ਵੱਲ, ਕਿ ਅਕਾਲੀ ਦਲ ਵਾਲੇ ਨਹੀਂ ਚਾਹੁੰਦੇ ਕਿ ਇਹ ਮਾਮਲਾ ਫਿਰ ਹਾਈਲਾਈਟ ਹੋਵੇ ਤੇ ਉਹਨਾਂ ਤੋਂ ਪਹਿਲਾਂ ਜਿਹੜੇ ਪੁਰਾਣੇ ਕੰਡੇ ਬੀਜੇ ਉਹੀ ਨਹੀਂ ਚੁਗੇ ਗਏ। ਉਹਦੇ ਨਾਲ ਉਹਨਾਂ ਦਾ ਨੁਕਸਾਨ। ਉਹ ਕਹਿੰਦੇ ਉਹਨਾਂ ਨੇ ਕਾਫੀ ਮਤਲਬ ਜਿਹੜਾ ਉਹਨਾਂ ਬਾਰੇ ਕਿਹਾ। ਤੇ ਉਹ ਤੋਂ ਪਹਿਲਾਂ ਵੀ ਇੱਕ ਵਾਰੀ ਇਹ ਗੱਲ ਵੀ ਆਈ ਸੀ ਗੱਲ ਕਿ ਕਿਉਂ ਨਹੀਂ ਆਈ, ਆ ਮਲਕੇ ਪਿੰਡ ਦੇ ਵਿੱਚ ਇੱਕ ਬੇਅਦਬੀ ਦਾ ਮਾਮਲਾ ਹੋਇਆ ਸੀ। ਉੱਥੇ ਜਿਹੜੇ ਇੱਕ ਫੌਜੀ ਜਵਾਨ ਸੀਗੇ ਜਿਨ੍ਹਾਂ ਨੇ ਕੇਸ ਦੀ ਪੈਰਵੀ ਕੀਤੀ, ਲੜਾਈ ਲੜੀ ਅਖੀਰ ਤੱਕ, ਉਹ ਕਿਤੇ ਇੱਕ ਵਾਰੀ ਗਏ ਸੀ ਜਥੇਦਾਰ ਸਾਹਿਬ ਕੋਲੇ ਤੇ ਉਹਨਾਂ ਨੇ ਕਿਹਾ ਸੀਗਾ ਜੀ ਵੀ ਮੈਂ ਤਾਂ ਇਕੱਲਾ ਹੀ ਨੰਗੇ ਧੜ ਲੜ ਰਿਹਾ, ਮੇਰੇ ਕੋਲ ਤਾਂ ਸਿਕਿਉਰਿਟੀ ਵੀ ਨਹੀਂ ਤੇ ਦੂਜੇ ਪਾਸੇ ਉਹਨਾਂ ਕੋਲ ਸਿਕਿਉਰਿਟੀ ਹੈ, ਜਿਹੜੇ ਮੁਲਜ਼ਮ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਤੁਸੀਂ ਮੇਰੀ ਇੰਨੀ ਕੁ ਮਦਦ ਕਰ ਦਿਓ ਕਿ ਟਾਸਕ ਫੋਰਸ ਦੇ 2-3 ਬੰਦੇ ਮੇਰੇ ਨਾਲ ਤਾਇਨਾਤ ਕਰ ਦਿਓ। ਉਹ ਕਹਿੰਦੇ ਵੀ ਉਦੋਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਤੈਨੂੰ ਕਿਹਨੇ ਕਿਹਾ ਸੀ ਤੂੰ ਇਹ ਕੰਮ ਕਰ, ਕਿਉਂ ਪੰਗਾ ਲਿਆ ਬੇਅਦਬੀ ਦੇ ਮੁੱਦੇ ਦੇ ਉੱਤੇ? ਮੈਨੂੰ ਨਹੀਂ ਪਤਾ ਸੱਚਾਈ ਕਿੰਨੀ ਹੈ। ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਗੱਲ ਕਹਿੰਦੇ ਆ ਤੇ ਨਾਲ ਇਹਦੇ ਜੁੜਦੀ ਹੈ, ਇਹ ਗੱਲ ਮਾੜੀ ਹੈ। ਇਹਦੇ ਚ ਹੁਣ ਮਨਸ਼ਾ ਕੀ ਹੈ, ਅੰਦਰੋਂ ਕੀ ਕੁਛ ਨਿਕਲਦਾ। ਪਰ ਕੁੱਲ ਮਿਲਾ ਕੇ ਜੇ ਆਪਾਂ ਕੰਪੇਅਰ ਕਰੀਏ ਦੋਨਾਂ ਤਰ੍ਹਾਂ ਦੇ ਪੱਖ ਸੁਣਨ ਤੋਂ ਬਾਅਦ ਮੈਂ ਸਮਝਦਾ ਕਿ ਜਥੇਦਾਰ ਸਾਹਿਬ ਨੇ ਜਿਹੜਾ ਇਹ ਉਦਮ ਕੀਤਾ ਠੀਕ ਹੈ। ਉਹਨਾਂ ਲੋਕਾਂ ਨੂੰ ਜਿਹੜੇ ਅਣਾਈ ਮੌਤ ਮਰੇ ਹੈ ਉਹਨਾਂ ਨੂੰ ਯਾਦ ਕਰਨਾ ਬਣਦਾ ਸੀ, ਔਰ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਜਿਹੜੀ ਅੰਤਮ ਅਰਦਾਸ ਕੀਤੀ ਹੈ ਉਹ ਗੱਲ ਸਲਾਹੁਣਯੋਗ ਹੈ। ਠੀਕ ਆ, ਆਪਾਂ ਲੜਾਈ ਲੜਨੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਕੇਸਾਂ ਦੀ ਵੀ ਲੜਾਈ ਲੜਨੀ ਆ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਹੋਣੀ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਕਾਤਲਾਂ ਨੂੰ ਵੀ ਸਜ਼ਾਵਾਂ ਦੇਣੀਆਂ ਤੇ ਇੱਕ ਵੱਖਰਾ ਪੱਖ ਹੈ। ਪਰ ਮੇਰਾ ਖਿਆਲ ਹੈ ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਨੂੰ ਸਲਾਉਣਾ ਜ਼ਰੂਰ ਚਾਹੀਦਾ। ਸੋ ਤੁਹਾਡਾ 24 ਕੈਰਟ ਸੋਨੇ ਦੇ ਗਹਿਣੇ ਖਰੀਦਣ ਦਾ ਮਨ ਕਰੇ, ਕੋਈ ਫੰਕਸ਼ਨ ਹੈ ਭਾਵੇਂ ਉਹ ਕੁੰਦਨ ਹੋਵੇ ਜਾਂ ਦੂਜੇ ਪਰੰਪਰਕ ਗਹਿਣੇ ਹੋਣ ਜਿਵੇਂ ਰਾਣੀ ਹਾਰ ਟਿੱਕਾ, ਜਾਂ ਫਿਰ ਅੰਗੇਜਮੈਂਟ ਰਿੰਗ ਲੈਣੀ ਹੋਵੇ, ਡਾਇਮੰਡ ਰਿੰਗ ਲੈਣੀ ਹੋਵੇ, ਤਾਂ ਫਿਰ ਤੁਸੀਂ ਹੋਰ ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ AC ਜਵੈਲਰਸ 25416104 ਐਵੀਨਿਊ ਕੈਂਟ ਤੇ ਜਾ ਕੇ ਇਹ ਖਰੀਦਦਾਰੀ ਕਰ ਸਕਦੇ ਹੋ। ਇਹਨਾਂ ਦੀ ਦੂਜੀ ਲੋਕੇਸ਼ਨ ਹੈ ਜੀ ਪਾਇਲ ਬਿਜ਼ਨਸ ਸੈਂਟਰ ਸਰੀ ਦੇ ਵਿੱਚ। ਫੋਨ ਨੰਬਰ ਹੈ 8568038877 ਦੇ ਉੱਤੇ ਕਾਲ ਕਰ ਸਕਦੇ ਹੋ। 2536562266 ਤੇ ਵੀ ਕਾਲ ਕਰ ਸਕਦੇ ਹੋ। ਤੇ ਹੁਣ ਆਪਾਂ ਗੱਲ ਕਰੀਏ ਜੀ ਤਿਰੰਗਾ ਯਾਤਰਾ ਦੀ। ਢਿੱਲੋਂ ਸਾਹਿਬ, ਤਿਰੰਗਾ ਬਹੁਤ ਤਕੜਾ ਪ੍ਰਮੋਟ ਕੀਤਾ ਗਿਆ
ਜਿਵੇਂ ਥਾਲੀ ਵਜਾਓ ਵਾਲੇ ਕੰਮ ਵਾਂਗੂ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਧਰ ਫਿਰ ਨੱਥੂਰਾਮ ਗੋਡਸੇ ਵੀ ਚਰਚਾ 'ਚ ਆਏ ਅੱਜ ਦੇ ਦਿਨ ਇਸ ਦਿਨ। ਨੱਥੂਰਾਮ ਗੋਡਸੇ ਤੋਂ ਪਹਿਲਾਂ ਚਰਚਾ 'ਚ ਆ ਗਈ ਸੀ ਜੀ ਸਾਵਰਕਰ। ਜੀ 15 ਅਗਸਤ ਦੇ ਦਿਨ ਤੇ ਹੀ ਸਾਵਰਕਰ ਦੀ ਤਸਵੀਰ ਲੈ ਕੇ ਜੀ ਕਰਨਾਟਕਾ ਦੇ ਇੱਕ ਸ਼ਹਿਰ ਦੇ ਵਿੱਚ ਜਿੱਥੇ ਟੀਪੂ ਸੁਲਤਾਨ ਦੀ ਤਸਵੀਰ ਲੱਗੀ ਸੀ ਉਹ ਲਾਤੀ ਸੀ ਤੇ ਉਹਦੀ ਥਾਂ ਦੇ ਉੱਤੇ ਸਾਵਰਕਰ ਦੀ ਤਸਵੀਰ ਲਾਤੀ ਸੀ। ਜੀ ਉੱਥੋਂ ਦੇ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਟੀਪੂ ਸੁਲਤਾਨ ਦਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਨਾਂ ਹੈ। ਮੈਨੂੰ ਕਈ ਵਾਰੀ ਮੇਰੇ ਯਾਦ ਆਉਂਦਾ ਜਦੋਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਤੇ ਮੇਰੇ ਅੱਜ ਵੀ ਜਿਹਨ ਦੇ ਵਿੱਚੋਂ ਗੱਲ ਬੈਠੀ ਹੈ। ਟੀਪੂ ਸੁਲਤਾਨ ਨੇ ਗੱਲ ਕਹੀ ਸੀ ਕਿ ਜੇ ਜਿਉਣਾ ਹੈ ਜੀ ਤਾਂ ਸ਼ੇਰ ਵਾਂਗੂ ਜਿਉਂ ਤੇ ਭਾਵੇਂ 2 ਦਿਨ ਹੀ ਜਿਉ। 2 ਦਿਨ ਹੀ ਜਿਉ ਬਿਲਕੁਲ। ਤੇ ਭੇਡ ਵਾਂਗੂ 100 ਸਾਲ ਜਿਉਣਾ ਫਜ਼ੂਲ ਆ, ਉਹਦੇ ਨਾਲ ਤਾਂ ਬੰਦੇ ਨੂੰ ਮਰ ਜਾਣਾ ਚੰਗਾ ਹੀ ਹੈ। ਜਿਸ ਬੰਦੇ ਨੇ ਪਹਿਲੀ ਵਾਰੀ ਅੰਗਰੇਜ਼ਾਂ ਨੂੰ ਚੁਣੌਤੀ ਦਿੱਤੀ ਸੀ, ਗੱਲ ਛੋਟੀ ਨਹੀਂ, ਬਹੁਤ ਵੱਡਾ ਬੰਦਾ ਸੀ ਉਹ। ਔਰ ਉਹਦਾ ਉੱਥੋਂ ਮਤਲਬ ਜਿਹੜੀ ਹੈ ਤਸਵੀਰ ਜਾਂ ਦਾ ਬੁੱਤ ਉਖਾੜ ਕੇ ਤੇ ਉੱਥੇ ਸਾਵਰਕਰ ਦਾ ਲਾਉਣਾ, ਇਹਦਾ ਵਿਰੋਧ ਹੋਇਆ ਜੀ। ਤੇ ਵਿਰੋਧ ਨੂੰ ਹੋਣ ਦਾ ਨਤੀਜਾ ਇਹ ਹੋਇਆ ਕਿ ਉੱਥੇ ਚਾਕੂਬਾਜੀ ਹੋਈ, ਛੁਰੇਬਾਜੀ ਹੋਈ, ਫਿਰ ਦਫਾ 44 ਲੱਗੀ ਤੇ ਬਾਅਦ ਦੇ ਵਿੱਚ ਕਰਫਿਊ ਵੀ ਲਾਉਣਾ ਪੈ ਗਿਆ। ਅੱਛਾ ਜੀ। ਹੁਣ ਜੇ ਆਪਾਂ ਤਿਰੰਗੇ ਦੀ ਗੱਲ ਕਰੀਏ, ਤਿਰੰਗਾ ਸਾਡੇ ਦੇਸ਼ ਦਾ ਨੈਸ਼ਨਲ ਫਲੈਗ ਹੈ ਜੀ। ਰਾਜ ਭਾਗ ਹੈ ਜੀ ਭਾਰਤੀ ਜਨਤਾ ਪਾਰਟੀ ਦੀ। ਲੇਕਿਨ ਭਾਰਤੀ ਜਨਤਾ ਪਾਰਟੀ ਦੀ ਆਪਣੇ ਆਪ ਦੇ ਵਿੱਚ ਤਾਂ ਕੋਈ ਅਹਿਮੀਅਤ ਹੀ ਨਹੀਂ ਹੈ। ਭਾਰਤੀ ਜਨਤਾ ਪਾਰਟੀ ਪੈਦਾ ਕਿੱਥੋਂ ਹੋਈ ਹੈ? ਪੋਲੀਟੀਕਲ ਵਿੰਗ ਹੈ RSS ਦਾ ਜੀ। ਔਰ ਜੇ ਆਪਾਂ RSS ਦੇਖੀਏ ਤਾਂ RSS ਦੇ ਜਿਹੜੇ ਪਹਿਲੇ ਪੋਲੀਟੀਕਲ ਵਿੰਗ ਸੀ ਜਾਂ ਇਹਨਾਂ ਦੀਆਂ ਹੋਰ ਕੋਈ ਭਰਾਤਰੀ ਜਥੇਬੰਦੀਆਂ ਸੀ, ਫਰੰਟਲ ਆਰਗੇਨਾਈਜੇਸ਼ਨ ਸੀ ਜੀ, ਉਹਨਾਂ ਦੇ ਵਿੱਚੋਂ ਕੋਈ ਇੱਕ ਵੀ ਹੱਥ ਚੱਕ ਕੇ ਖੜਾ ਹੋ ਕੇ ਨਹੀਂ ਕਹਿ ਸਕਦਾ ਕਿ ਹਾਂ ਮੇਰੇ ਵੱਡੇ ਵਡੇਰਿਆਂ ਨੇ, ਜੀ, ਮੇਰੀ ਪਾਰਟੀ ਦੇ ਲੀਡਰਾਂ ਨੇ ਜੰਗੇ ਆਜ਼ਾਦੀ ਦੇ ਵਿੱਚ ਭਾਗ ਲਿਆ। ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਲੜਾਈ ਲੜੀ ਗਈ ਸੀ। ਉਸ ਲੜਾਈ ਦੇ ਵਿੱਚੋਂ ਜਨਸੰਘ ਤੋਂ ਪਹਿਲਾਂ ਹਿੰਦੂ ਮਹਾਸਭਾ ਹੁੰਦੀ ਸੀ, ਉਹ ਵੀ RSS ਦਾ ਸੀ। ਇਹ ਬਿਲਕੁਲ ਨਿਰਧਾਰਤ ਰਹੇ, ਇਹਨਾਂ ਦਾ ਕੁਝ ਵੀ ਨਹੀਂ। ਹੁਣ ਜਦੋਂ ਆਪਾਂ ਕੋਈ ਚੀਜ਼ ਦਿਖਾਉਣੀ ਹੁੰਦੀ ਹੈ ਜੀ ਕਿ ਜੀ ਅਸੀਂ ਇਹ ਸਾਡੇ ਕੋਲ ਸਾਡੇ ਵੱਡੇ ਵਡੇਰਿਆਂ ਰਹਿੰਦਾ, ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਲੈਂਦੇ, ਆਪਾਂ ਗੁਰੂਆਂ ਦਾ ਨਾਂ ਲੈਂਦੇ, ਆਪਾਂ ਬੰਦਾ ਸਿੰਘ ਬਹਾਦਰ ਹੋਰਾਂ ਦਾ ਨਾਂ ਲੈਂਦੇ, ਇੱਥੇ ਕਿਹਦਾ ਨਾਂ ਲੈਣਗੇ? ਕਾਂਗਰਸੀ ਜਿਹੜੇ ਹੈਗੇ ਉਹ ਨਹਿਰੂ ਦਾ ਨਾਂ ਲੈਂਦੇ ਆ, ਗਾਂਧੀ ਦਾ ਲੈਂਦੇ, ਸਰਦਾਰ ਪਟੇਲ ਦਾ ਲੈਂਦੇ। ਇਹ ਕਿਹਦਾ ਲੈਣ? ਇਹਨਾਂ ਨੇ ਫਿਰ ਉਹਨੇ ਇੱਕ ਨਵਾਂ ਕੀ ਕੀਤਾ ਵੀ ਚਲੋ ਦੁਨੀਆ ਦੇ ਵਿੱਚ ਜਿਹੜੀ ਹੈ, ਕਿਉਂਕਿ ਗਾਂਧੀ ਨਹਿਰੂ ਦਾ ਨਾਂ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਘਰ ਕੀਤਾ ਹੋਇਆ। ਫਿਰ ਕਦੇ ਕਦਾਈ ਗਾਂਧੀ ਦਾ ਨਾਂ ਵੀ ਲੈ ਲੈਂਦੇ ਆ, ਸਰਦਾਰ ਪਟੇਲ ਦਾ ਵੀ ਸਟੈਚੂ ਲਾ ਦਿੰਦੇ, ਬਹੁਤ ਵੱਡਾ ਸਟੈਚੂ ਲਾਇਆ। ਕਦੇ ਕਦੇ ਜ਼ਿਕਰ ਹੋ ਜਾਂਦਾ ਨਹਿਰੂ ਦਾ ਵੀ ਜੀ, ਪਰ ਕਿਉਂਕਿ ਕਾਂਗਰਸ ਮੁਕਤ ਭਾਰਤ ਚਾਹੀਦਾ ਹੈ, ਉਹ ਫਿਰ ਨਹਿਰੂ ਤੇ ਨਹਿਰੂਵਾਦ ਹੈ ਜਿਹੜਾ ਨਹਿਰੂ ਦੀ ਵਿਚਾਰਧਾਰਾ, ਉਹਨੂੰ ਫਿਰ ਖੁੰਡਾ ਵੀ ਕੀਤਾ ਜਾਂਦਾ ਹੈ ਜੀ। ਇੱਥੇ ਉਹ ਇੱਕ ਸੀ ਸਫਾਈ ਅਭਿਆਨ ਵਾਲੀ, ਸਵੱਛ ਭਾਰਤ ਵਾਲੀ ਮੁਹਿੰਮ ਛੇੜੀ ਸੀ। ਉਹ ਸਵੱਛ ਮਹਾਨ ਆਪਣੀ ਜਿਹੜੀ ਭਾਰਤ ਦੀ ਮੁਹਿੰਮ ਦਾ ਲੋਗੋ ਕੀ ਸੀ? ਗਾਂਧੀ ਦੀ ਐਨਕ ਜੀ। ਪ੍ਰਧਾਨ ਮੰਤਰੀ ਸਾਹਿਬ ਆਪ ਵੀ ਗਾਂਧੀ ਜੀ ਵੀ ਸਫਾਈ ਦੇ ਬੜੇ ਮੁੱਦਈ ਸੀ। ਉਹਨਾਂ ਨੇ ਆਪ ਵੀ ਝਾੜੂ ਫੜ ਕੇ ਇੱਕ ਵਾਰੀ ਤਸਵੀਰ ਲੁਹਾ ਲਈ ਸੀ ਜੀ, ਮੈਂ ਵੀ ਸਫਾਈ ਕਰਦਾ ਵਗੈਰਾ ਵਗੈਰਾ। ਹੁਣ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਇਹ ਵਿਰਾਸਤ ਤਾਂ ਕਾਂਗਰਸ ਕੋਲੇ ਹੈ। ਇਹਨਾਂ ਦੇ ਹੁਣ ਮੁਕਾਬਲੇ ਦੇ ਉੱਤੇ ਅਸੀਂ ਕੁਛ ਨਾ ਕੁਛ ਦਿਖਾਈਏ ਵੀ ਸਾਡਾ ਵੀ ਹੈਗਾ ਜੀ। ਕੌਮਾਂਤਰੀ ਦਬਾਅ ਦੀ ਵਜ੍ਹਾ ਕਰ ਨਹਿਰੂ ਦਾ ਜ਼ਿਕਰ ਆਉਂਦਾ ਹੈ, ਗਾਂਧੀ ਦਾ ਜ਼ਿਕਰ ਆਉਂਦਾ ਹੈ। ਤਿਰੰਗੇ ਤੋਂ ਬਗੈਰ ਗੱਡੀ ਚੱਲਦੀ ਨਹੀਂ। ਪਰ ਇਹੀ ਤਿਰੰਗਾ ਜੀ RSS ਨੇ ਲਗਭਗ 50-52 ਸਾਲ ਆਪਣੇ ਦਫ਼ਤਰ ਦੇ ਨੇੜੇ ਨਹੀਂ ਆਉਣ ਦਿੱਤਾ ਸੀ ਜੀ, ਲਹਾਤਾ ਸੀ। ਤੇ ਫਿਰ ਹੋਇਆ ਕੀ? 2001-2 ਦੇ ਵਿੱਚ ਕੁਝ ਉਤਸ਼ਾਹੀ ਨੌਜਵਾਨਾਂ ਨੇ 26 ਜਨਵਰੀ ਦੇ ਦਿਨ RSS ਦੇ ਹੈੱਡਕੁਆਟਰ ਤੇ ਜਾ ਕੇ ਤਿਰੰਗਾ ਲਾਤਾ ਜੀ। ਤੇ RSS ਵਾਲੇ ਨੇ ਉਹਨਾਂ ਨੂੰ ਕੁੱਟਿਆ ਵੀ ਜੀ, ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ। ਤੇ ਉਹ ਮੁਕੱਦਮਾ ਜਦੋਂ ਅਦਾਲਤ ਚੱਲਿਆ, ਉਸ ਮੁਕੱਦਮੇ ਨੂੰ ਕਹਿੰਦੇ ਸੀ ਮੁਕੱਦਮਾ ਨੰਬਰ 176 ਜੀ। ਤੇ ਅੱਜ ਵੀ ਕਿਤਾਬਾਂ 'ਚ ਮੁਕੱਦਮਾ ਨੰਬਰ 176 ਬੋਲਦਾ ਹੈ। ਹੁਣ ਇੱਕ ਨਵਾਂ ਸਿਲਸਿਲਾ ਕੱਢ ਲਿਆ ਕਿ ਜੀ ਤਿਰੰਗਾ ਯਾਤਰਾ ਕੱਢਣੀ, ਤੇ ਤਿਰੰਗਾ ਯਾਤਰਾ ਦਾ ਦਿਖਾਈਏ ਕੀ? ਨਾਲ ਤਸਵੀਰ ਚੱਕ ਲਈ ਯੂਪੀ ਦੇ ਮੁਜ਼ੱਫਰਨਗਰ ਦੀ ਹੈ ਜੀ, ਤਸਵੀਰ ਚੱਕ ਲਈ ਨਾਲ ਨੱਥੂਰਾਮ ਗੌਡਸੇ ਦੀ। ਨੱਥੂਰਾਮ ਗੌਡਸੇ ਕੌਣ ਸੀ? ਜਿਹਨੇ ਗਾਂਧੀ ਨੂੰ ਕਤਲ ਕੀਤਾ ਸੀ ਜੀ। ਅੱਛਾ, ਗਾਂਧੀ ਦਾ ਨਾਂ ਵੀ ਲਓ ਤੇ ਗਾਂਧੀ ਨੂੰ ਕਤਲ ਕਰਨ ਵਾਲੇ ਦੀ ਤਸਵੀਰ ਵੀ ਲਾਓ ਤੇ ਤਿਰੰਗਾ ਵੀ ਹੱਥੋਂ ਨਹੀਂ ਛੱਡਣਾ। ਹੁਣੇ ਤੁਸੀਂ ਦੇਖੋ ਕਿ ਕਿਸ ਢੰਗ ਦੇ ਨਾਲ ਜਿਹੜੀ ਉਹ ਰਾਸ਼ਟਰਵਾਦ, ਅੰਨਾ ਰਾਸ਼ਟਰਵਾਦ ਤੇ ਰਾਸ਼ਟਰਵਾਦ ਦੇ ਵਿੱਚੋਂ ਫਿਰ ਹਿੰਦੂਵਾਦ ਤੇ ਹਿੰਦੂਤਵਾ ਉੱਥੇ ਲੈ ਕੇ ਗੱਲ ਖੜੀ ਕਰਦੀ ਹੈ। ਇਹ ਤੋਂ ਬਾਅਦ ਇਹਦਾ ਹੋਰ ਕੋਈ ਮਤਲਬ ਨਹੀਂ ਹੈ ਜੀ। ਬਿਲਕੁਲ ਜੀ। ਸੋ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਸ਼ਾਮ ਦਾ ਇੱਥੇ ਹੀ ਸਮਾਪਤ ਕਰਨਾ ਤੁਹਾਡੇ ਤੋਂ ਆਗਿਆ ਚਾਹੁੰਦਾ।